ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮਿਲ USA TV ਪੰਜਾਬ ਫੋਕਸ ਦੇ ਵਿੱਚ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ। ਸੰਨ 2024 ਦੀਆਂ ਇਲੈਕਸ਼ਨਸ ਅਮਰੀਕਾ ਦੀ ਧਰਤੀ ਦੇ ਉੱਤੇ ਇਹ ਬੜੀ ਦਿਲਚਸਪ ਘਟਨਾ ਹੋਣ ਵਾਲੀ ਹੈ, ਕਿਉਂਕਿ ਸਾਰੇ ਅਮਰੀਕਨਸ ਦਾ ਧਿਆਨ ਲੱਗਾ ਹੋਇਆ ਹੈ ਕਿ ਹੋਣਾ ਹੈ ਤੇ ਹੋਣਾ ਕੀ ਹੈ। ਕਿਉਂਕਿ ਟਰੰਪ ਹਮੇਸ਼ਾ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਨਿਊਜ਼ ਦੇ ਵਿੱਚ ਰਹਿੰਦੇ ਨੇ। ਆਪਣੇ ਜੋ ਉਹਨਾਂ ਦੇ ਉੱਤੇ ਕੇਸਿਸ ਚੱਲ ਰਹੇ ਨੇ ਉਹਨਾਂ ਕਰਕੇ ਤਾਂ ਖਾਸ ਕਰਕੇ ਅਰੈਸਟ ਹੋਈ, ਫਿਰ ਉਸ ਤੋਂ ਬਾਅਦ ਉਹ ਛੁੱਟ ਵੀ ਗਏ। ਇਹ ਸਾਰੀਆਂ ਗੱਲਾਂ ਵੀ ਚੱਲਦੀਆਂ ਪਈਆਂ ਨੇ। ਹਾਲਾਂਕਿ ਟਰੰਪ ਸਾਹਿਬ ਕਹਿੰਦੇ ਨੇ ਕਿ ਅਮਰੀਕਾ ਦੀ ਹਿਸਟਰੀ ਦੇ ਵਿੱਚ ਇਹ ਸਭ ਤੋਂ ਭਿਆਨਕ ਇੱਕ ਕਾਲਾ ਦਿਨ ਰਿਹਾ ਕਿ ਜਦੋਂ ਇੱਕ ਪ੍ਰੈਜ਼ੀਡੈਂਟ ਨੂੰ ਇਹ ਸਭ ਹਾਲਾਤ ਦਾ ਸਾਹਮਣਾ ਕਰਨਾ ਪੈ ਰਿਹਾ। ਦੂਸਰੇ ਪਾਸੇ ਜੋ ਬਾਈਡਨ ਸਾਹਿਬ, ਉਹਨਾਂ ਦੀ ਸਿਹਤ ਨੂੰ ਲੈ ਕੇ ਗੱਲਾਂ ਹੁੰਦੀਆਂ ਨੇ, ਔਰ ਜੋ ਉਹਨਾਂ ਦੇ ਬੇਟੇ ਨੇ ਹੰਟਰ ਬਾਈਡਨ, ਉਹਨਾਂ ਦੀ ਵੀ ਜੋ ਸਾਰੀ ਬਣਦੀ ਪਈ ਹੈ ਨਿਊਜ਼ ਕਿ ਉਹਨਾਂ ਦੇ ਉੱਤੇ ਵੀ ਕਈ ਇਲਜ਼ਾਮ ਲੱਗਦੇ ਨੇ। ਇਸ ਕਰਕੇ ਬਾਈਡਨ ਜੀ ਦੀ ਵੀ ਸਾਖ ਦੇ ਉੱਤੇ ਕਿਤੇ ਨਾ ਕਿਤੇ ਚੋਟ ਲੱਗਦੀ ਹੈ। ਤੀਸਰੀ ਧਿਰ ਉੱਭਰਦੀ ਪਈ ਹੈ ਜੋ ਭਾਰਤੀ ਮੂਲ ਦੇ 3 ਜਣੇ, ਉਹ ਵੀ ਪ੍ਰੈਜ਼ੀਡੈਂਟ ਦੀ ਇਲੈਕਸ਼ਨਸ ਦੀ ਦੌੜ ਦੇ ਵਿੱਚ ਅੱਗੇ ਆਉਣ ਦੀ ਕੋਸ਼ਿਸ਼ ਕਰ ਰਹੇ ਨੇ। ਵਿਵੇਕ ਰਾਮਾਸਵਾਮੀ ਸਭ ਤੋਂ ਜ਼ਿਆਦਾ ਚਰਚਾ ਦਾ ਵਿਸ਼ਾ ਬਣੇ ਹੋਏ ਨੇ। ਉਹਨਾਂ ਨੂੰ ਇੱਕ ਇੰਟੈਲੀਜੈਂਟ ਔਰ ਡਿਜ਼ਰਵਿੰਗ ਕੈਂਡੀਡੇਟ ਮੰਨਿਆ ਜਾਂਦਾ ਹੈ। ਐਲਨ ਮਸਕ ਨੇ ਵੀ ਉਹਨਾਂ ਦੀ ਤਾਰੀਫ ਕੀਤੀ ਹੈ। ਔਰ ਪਹਿਲਾਂ ਵਿਵੇਕ ਕਹਿ ਰਹੇ ਸੀ ਕਿ ਉਹ ਸਿਰਫ ਪ੍ਰੈਜ਼ੀਡੈਂਟ ਬਣ ਕੇ ਹੀ ਅਮਰੀਕਨਸ ਦੀ ਸੇਵਾ ਕਰਨਾ ਚਾਹੁੰਦੇ ਨੇ, ਪਰ ਹੁਣ ਉਹ ਕਹਿ ਰਹੇ ਨੇ ਕਿ ਮੈਂ ਉਪ ਰਾਸ਼ਟਰਪਤੀ ਬਣ ਕੇ ਵੀ ਅਮਰੀਕਨਸ ਦੀ ਸੇਵਾ ਕਰ ਸਕਦਾ। ਟਰੰਪ ਸਾਹਿਬ ਨੂੰ ਲੈ ਕੇ ਉਹ ਕਹਿੰਦੇ ਨੇ ਕਿ ਜੇ ਉਹ ਬਣਦੇ ਨੇ ਪ੍ਰੈਜ਼ੀਡੈਂਟ ਆਫ ਅਮਰੀਕਾ ਤਾਂ ਮੈਂ ਉਹਨਾਂ ਦੇ ਆਫਿਸ ਦੇ ਵਿੱਚ ਜ਼ਰੂਰ ਕੰਮ ਕਰਨਾ ਚਾਹਾਂਗਾ, ਉਪ ਰਾਸ਼ਟਰਪਤੀ ਬਣ ਕੇ ਆਪਣੀ ਸੇਵਾ ਉਹਨਾਂ ਨੂੰ ਜ਼ਰੂਰ ਦੇਣਾ ਚਾਹਾਂਗਾ। ਹਾਲਾਂਕਿ ਟਰੰਪ ਸਾਹਿਬ ਤੋਂ ਅੱਧੀ ਉਮਰ ਦੇ ਨੇ ਵਿਵੇਕ ਰਾਮਾਸਵਾਮੀ, ਫਿਰ ਵੀ ਕਹਿੰਦੇ ਨੇ ਕਿ ਦੇਰ ਇਜ਼ ਨੋ ਪ੍ਰੋਬਲਮ, ਕਿਉਂਕਿ ਕੋਈ ਜਨਰੇਸ਼ਨ ਗੈਪ ਵਾਲੀ ਤਾਂ ਕੋਈ ਗੱਲ ਹੈ ਹੀ ਨਹੀਂ, ਕਿਉਂਕਿ ਬੇਸਿਕਲੀ ਆਈਡੀਆਜ਼ ਰੂਲ ਕਰਦੇ ਨੇ। ਤੁਸੀਂ ਆਪਣੇ ਓਪੋਨੈਂਟਸ ਨੂੰ ਜਿੱਥੇ ਵੋਟਿੰਗ ਦੇ ਵਿੱਚ ਹਰਾਉਂਦੇ ਹੋ, ਉਸ ਤੋਂ ਪਹਿਲਾਂ ਤੁਸੀਂ ਆਈਡੀਆਜ਼ ਦੇ ਵਿੱਚ ਉਹਨਾਂ ਨੂੰ ਹਰਾਉਣਾ ਜ਼ਰੂਰੀ ਸਮਝਦੇ ਹੋ, ਕਿਉਂਕਿ ਅਮਰੀਕਾ ਦੀ ਡੈਮੋਕ੍ਰੇਸੀ ਦੇ ਵਿੱਚ ਇਹ ਬਹੁਤ ਲਾਜ਼ਮੀ ਸਮਝਿਆ ਜਾਂਦਾ ਹੈ ਕਿ ਜਦੋਂ ਸਾਰੇ ਕੈਂਡੀਡੇਟਸ ਡਿਬੇਟ ਕਰਦੇ ਨੇ ਅਮਰੀਕਨ ਇਸ਼ੂ ਦੇ ਉੱਤੇ, ਅਮਰੀਕਨ ਪ੍ਰੋਬਲਮਸ ਦੇ ਉੱਤੇ, ਸੋ ਉਦੋਂ ਦੇਖਿਆ ਜਾਂਦਾ ਹੈ ਕਿ ਤੁਹਾਡੇ ਆਈਡੀਆਜ਼ ਤੁਹਾਡੇ ਓਪੋਨੈਂਟਸ ਨੂੰ ਕਿਵੇਂ ਹਰਾਉਂਦੇ ਨੇ। ਦੂਜੀ ਚਰਚਾ ਇਹ ਬਣੀ ਹੋਈ ਹੈ ਕਿ ਚੰਦਰਯਾਨ 3 ਜੋ ਉਤਰ ਗਿਆ ਹੈ ਚੰਦਰਮਾ ਦੇ ਉੱਤੇ, ਉਹ ਤਾਂ ਸਹੀ ਸਲਾਮਤ ਆਪਣਾ ਕੰਮ ਕਰਦਾ ਪਿਆ, ਪਰ ਉਸ ਨੂੰ ਲੈ ਕੇ ਜਿਹੜੀ ਪੋਲੀਟਿਕਸ ਮਗੀ ਹੋਈ ਹੈ ਬਹੁਤ ਜ਼ਿਆਦਾ ਇੰਟਰਨੈਸ਼ਨਲ ਲੈਵਲ ਦੇ ਉੱਤੇ। BBC ਦੇ ਇੱਕ ਪ੍ਰੋਗਰਾਮ ਦੇ ਵਿੱਚ ਇੱਕ ਰਿਪੋਰਟਰ ਨੇ ਇਹ ਗੱਲ ਕਹੀ ਕਿ ਬਹੁਤ ਜ਼ਿਆਦਾ ਸਹਾਇਤਾ ਮਿਲੀ ਹੈ ਯੂਨਾਈਟਿਡ ਕਿੰਗਡਮ ਵੱਲੋਂ ਇੰਡੀਆ ਨੂੰ ਔਰ ਆਪਣੇ ਪ੍ਰੋਜੈਕਟਸ ਵਾਸਤੇ, ਤਾਂ ਅੱਗੋਂ ਇੰਡੀਅਨਸ ਨੇ ਕਹਿ ਦਿੱਤਾ, ਜੋ ਇੰਡੀਆ ਦੇ ਮੀਡੀਆ ਹੈ, ਕਿ ਤੁਸੀਂ ਵੀ ਤਾਂ ਸਾਨੂੰ ਬਹੁਤ ਲੁੱਟਿਆ ਹੈ, ਇਹ ਕਿਹੜੀ ਮਦਦ ਕੀਤੀ, ਸਾਡਾ ਕੋਹਿਨੂਰ ਹੀਰਾ ਸਾਨੂੰ ਵਾਪਸ ਕਰੋ। ਸੋ ਇਹ ਸਭ ਗੱਲਾਂ, ਇਹ ਟ੍ਰੋਲਿੰਗ ਚੱਲਦੀ ਪਈ ਆ ਔਰ ਇੰਡੀਆ ਦੇ ਵਿੱਚ ਵੀ ਕਾਫੀ ਪੋਲੀਟਿਕਸ ਹੋ ਰਿਹਾ ਹੈ ਇਸ ਚੀਜ਼ ਨੂੰ ਲੈ ਕੇ। ਖੈਰ, ਖੁਸ਼ੀ ਦੀ ਗੱਲ ਇਹ ਹੈ ਕਿ ਚੰਦਰਯਾਨ 3 ਆਪਣਾ ਕੰਮ ਪੂਰੀ ਤਰੀਕੇ ਨਾਲ ਕਰ ਰਿਹਾ ਔਰ 14 ਦਿਨ ਦੀ ਉਹਦੀ ਲਾਈਫ ਹੈ, ਜਦੋਂ ਤੱਕ ਚੰਦਰਮਾ ਦੇ ਉੱਤੇ ਦਿਨ ਰਹੇਗਾ, ਸੂਰਜ ਚੜ੍ਹਿਆ ਰਹੇਗਾ, ਕਿਉਂਕਿ ਅਸੀਂ ਜਾਣਦੇ ਹਾਂ ਕਿ ਧਰਤੀ ਦਾ ਜਦੋਂ 1 ਮਹੀਨਾ ਬੀਤਦਾ ਹੈ ਉਦੋਂ ਚੰਦਰਮਾ 'ਤੇ ਪੂਰਾ ਦਿਨ ਬੀਤਦਾ ਹੈ। ਯਾਨੀ ਕਿ 15 ਦਿਨ ਸਾਡੇ ਜਾਂ 14 ਦਿਨ ਸਾਡੇ ਪੂਰੇ ਹੋਣ 'ਤੇ ਚੰਦਰਮਾ ਦੇ ਉੱਤੇ ਇੱਕ ਪੂਰਾ ਦਿਨ, ਅਤੇ ਚੰਦਰਮਾ ਦੇ ਉੱਤੇ ਜਦੋਂ 14 ਦਿਨ ਸਾਡੀ ਧਰਤੀ ਦੇ ਉੱਤੇ ਬੀਤਦੇ ਨੇ ਉਦੋਂ ਇੱਕ ਪੂਰੀ ਰਾਤ। ਯਾਨੀ ਕਿ ਸਾਡੇ 14 ਦਿਨ ਉਹਨਾਂ ਦੀ ਚੰਦਰਮਾ ਦੀ ਪੂਰਾ ਦਿਨ, ਔਰ ਸਾਡੇ ਅਗਲੇ 14 ਦਿਨ ਚੰਦਰਮਾ ਦੀ ਪੂਰੀ ਰਾਤ। ਯਾਨੀ ਕਿ ਸਾਡੇ 28 ਤੋਂ ਲੈ ਕੇ 30 ਦਿਨ ਦੇ ਅੰਦਰ ਚੰਦਰਮਾ ਦੀ ਦਿਨ ਤੇ ਰਾਤ ਹੁੰਦੀ ਹੈ। ਇਸ ਕਰਕੇ ਜਦੋਂ ਤੱਕ ਚੰਦਰਮਾ ਦੇ ਉੱਤੇ ਦਿਨ ਰਹੇਗਾ ਉਦੋਂ ਤੱਕ ਚੰਦਰਯਾਨ 3 ਕੰਮ ਕਰਦਾ ਰਹੇਗਾ, ਸੂਰਜ ਦੀ ਰੋਸ਼ਨੀ ਲੈਂਦਾ ਰਹੇਗਾ, ਔਰ ਜਦੋਂ ਚੰਦਰਮਾ ਦੇ ਉੱਤੇ ਰਾਤ ਹੋਣੀ ਸ਼ੁਰੂ ਹੋਏਗੀ ਤਾਂ ਚੰਦਰਯਾਨ 3 ਸੌਂ ਜਾਏਗਾ ਹਮੇਸ਼ਾ ਵਾਸਤੇ, ਫਿਰ ਉਹ ਕੰਮ ਨਹੀਂ ਕਰ ਸਕੇਗਾ, ਫਿਰ ਅਗਲੇ ਪ੍ਰੋਜੈਕਟ ਉੱਤੇ ਸਾਨੂੰ ਕੰਮ ਕਰਨਾ ਪਏਗਾ। ਹਾਲਾਂਕਿ ਵਿਵੇਕ ਰਾਮਾਸਵਾਮੀ ਨੂੰ ਅਮਰੀਕਨਸ ਕਹਿ ਰਹੇ ਨੇ ਕਿ ਇਹ ਸਾਡੇ ਅਮਰੀਕਾ ਵਾਸਤੇ ਚੰਦਰਯਾਨ 4 ਸਾਬਿਤ ਹੋ ਸਕਦਾ ਹੈ। ਖੈਰ, ਇਹ ਗੱਲਾਂ ਚੱਲਦੀਆਂ ਰਹਿੰਦੀਆਂ ਨੇ। ਫਿਲਹਾਲ ਆਪਾਂ ਚੱਲਦੇ ਹਾਂ ਆਪਣੇ ਭਾਰਤ ਦੇ ਮੁੱਦਿਆਂ ਵੱਲ, ਪੰਜਾਬ ਦੇ ਮੁੱਦਿਆਂ ਦੇ ਵੱਲ। ਮੇਰੇ ਨਾਲ ਸਟੂਡੀਓਸ ਦੇ ਵਿੱਚ ਮੌਜੂਦ ਨੇ ਬਲਕਾਰ ਸਿੰਘ। ਹਾਂਜੀ ਸੰਜੀਵ ਖੰਨਾ ਜੀ, ਤੁਸੀਂ ਦਰਸ਼ਕਾਂ ਨਾਲ ਸਾਂਝਾ ਕੀਤਾ ਕਿ ਆਪਣੀ ਜਿਹੜੀ ਸੁਪਰ ਪਾਵਰ ਕੰਟਰੀ ਨੇ ਉਹਨਾਂ ਵਿੱਚ ਜ਼ਿਆਦਾ ਸ਼ਮੂਲੀਅਤ ਸਾਡੇ ਹਿੰਦੁਸਤਾਨੀ ਮੂਲ ਦੇ ਜਿਹੜੇ ਉੱਥੇ ਰਹਿ ਰਹੇ ਨੇ ਵਸਨੀਕ, ਉਹਨਾਂ ਦੇ ਰਹੀ ਆ। ਜੇ ਅਸੀਂ ਇੰਗਲੈਂਡ ਤੋਂ ਸ਼ੁਰੂ ਕਰੀਏ ਤਾਂ ਉੱਥੇ ਵੀ ਸਾਡੇ ਹੀ ਮੂਲ ਭਾਰਤੀ ਮੂਲ ਦੇ ਹੀ ਜਿਹੜੇ ਇਸ ਵੇਲੇ ਹੈੱਡ ਨੇ ਬਰਤਾਨੀਆ ਦੇ, ਔਰ ਉਸ ਤੋਂ ਬਾਅਦ
ਜੇ ਅਸੀਂ ਜਸਟਿਨ ਟਰੂਡੋ ਸਰਕਾਰ ਦੀ ਗੱਲ ਕਰੀਏ ਤੇ ਉੱਥੇ ਵੀ ਜਗਮੀਤ ਜੀ ਜਿਹੜੇ ਨੇ NDP ਦੇ, ਉਹਨਾਂ ਦੀਆਂ 29 ਸੀਟਾਂ ਲੈ ਕੇ ਇਹ ਸਰਕਾਰ ਬਣਾਏਗੀ ਕੋਲੀਜਨ, ਨਹੀਂ ਤੇ ਸਰਕਾਰ ਸ਼ਾਇਦ ਨਾ ਬਣਦੀ। ਉਹਦੇ 'ਚ ਵੀ ਹਿੱਸਾ ਕੈਨੇਡਾ ਦੀ ਸਰਕਾਰ ਵਿੱਚ ਵੀ। ਤੇ ਆਉਣ ਵਾਲੀ ਜਿਹੜੀ ਹੈਗੀ ਆ ਰਾਜਨੀਤੀ ਜਾਂ ਰੌਲਾ ਹੈਗਾ, ਉਹਦੇ ਵਿੱਚ ਉਹੀ ਕਹਿ ਰਹੇ ਕਿ ਜਗਮੀਤ ਜੀ ਸ਼ਾਇਦ ਵੁੱਡ ਵੀ ਉੱਥੋਂ ਦੇ ਪ੍ਰਧਾਨ ਮੰਤਰੀ ਬਣ ਸਕਦੇ ਨੇ। ਔਰ ਜੇ ਤੁਸੀਂ ਗੱਲ ਕੀਤੀ ਅਮਰੀਕਾ ਦੀ, ਤੇ ਅਮਰੀਕਾ ਵਿੱਚ ਵੀ ਇਸ ਵੇਲੇ ਵਿਵੇਕ ਰਾਮਾਸਵਾਮੀ ਜੀ ਦਾ ਨਾਂ ਪੂਰੀ ਚਰਚਾ ਵਿੱਚ ਹੈ। ਔਰ ਪਹਿਲੋਂ ਹੀ ਆਪਣੇ ਉਪ ਰਾਸ਼ਟਰਪਤੀ ਉੱਥੇ ਜਿਹੜੀ ਕਮਲਾ ਹੈਰਿਸ ਜੀ ਨੇ। ਔਰ ਜਿੱਥੇ ਜਿੱਥੇ ਅਸੀਂ ਗੱਲ ਕਰਦੇ ਹਾਂ, ਸਾਡੀ ਵੱਡੀ ਕੰਟਰੀਆਂ ਵਿੱਚ ਸਾਡੀ ਰਾਜਨੀਤੀ ਦਾ ਜਿਹੜਾ ਪੂਰਾ ਗੜ੍ਹ ਹੈ, ਔਰ ਅਸੀਂ ਉਸ ਰਾਜਨੀਤੀ ਵਿੱਚ ਪਹਿਲੋਂ ਤਾਂ ਸਾਡੇ ਮੰਤਰੀ ਵੀ ਰਹੇ ਸੱਜਣ ਸਿੰਘ ਜੀ, ਡਿਫੈਂਸ ਮਿਨਿਸਟਰ ਰਹੇ ਆ। ਉਸ ਤੋਂ ਇਲਾਵਾ ਹੋਰ ਵੀ ਸਾਡੇ MP ਆਲੇ ਦੁਆਲੇ ਸਾਰੇ ਹਰ ਖੇਤਰ ਵਿੱਚ ਜਿੱਥੇ ਵੀ ਜਿੱਥੇ ਭਾਰਤੀ, ਉੱਥੇ ਪੂਰੇ ਦੇ ਪੂਰੇ ਉੱਪਰਲੀ ਸਤ੍ਹਾ ਦੇ ਵਿੱਚ ਬੈਠੇ ਆ। ਔਰ ਮੇਰਾ ਖਿਆਲ ਹੈ ਕਿ ਜੇਕਰ ਪ੍ਰੋਬਲਮ ਆਉਂਦੀ ਸਮੱਸਿਆ ਹੈਗੀ ਇਹਨਾਂ ਦੇ ਆਪਣੇ ਦੇਸ਼ ਵਿੱਚ ਪਾਰਟੀ ਬਹੁ ਪਾਰਟੀ ਸਿਸਟਮ ਆ, ਇੱਥੇ ਰੌਲਾ ਜ਼ਿਆਦਾ ਹੈਗਾ। ਇਹਦੇ ਵਿੱਚ ਅਸੀਂ ਇੱਕ ਪਾਸੇ ਨਹੀਂ ਲੱਗ ਸਕਦੇ ਵੀ ਇੱਕ ਪਾਰਟੀ ਦਾ ਨੇਤਾ ਅੱਗੇ ਆ ਜੇ। ਔਰ ਮੋਦੀ ਸਾਹਿਬ 2 ਟਰਮਸ ਨਿਭਾ ਚੁੱਕੇ, ਹੁਣ ਤੀਜੀ ਫਿਰ ਸਿਰ 'ਤੇ ਆ ਗਿਆ। ਉਹਦੇ ਵਿੱਚ ਸਾਡੇ ਜਿਹੜੇ ਬਾਹਰਲੇ ਦੇਸ਼ ਦੇ ਵਸਨੀਕ ਨੇ, ਜਿਹੜੇ ਪ੍ਰਵਾਸੀ ਭਾਰਤੀ ਨੇ, ਉਹਨਾਂ ਦੀ ਸ਼ਮੂਲੀਅਤ ਘੱਟ ਹੁੰਦੀ ਆ। ਉਹਨਾਂ ਦੇਸ਼ਾਂ ਵਿੱਚ ਜਿੱਥੇ ਰਹਿ ਰਹੇ ਉੱਥੇ ਉਹਨਾਂ ਦਾ ਪੂਰਾ ਰੋਬ ਆ ਹਰ ਪਾਰਟੀ ਦੇ ਵਿੱਚ। ਤੇ ਚਲੋ ਆਪਾਂ ਆਪਣੇ ਦੇਸ਼ ਵੱਲੋਂ ਵੀ ਮੁੜਦੇ ਹਾਂ ਔਰ ਆਪਣੇ ਦੇਸ਼ ਦੀ ਵੀ ਗੱਲ ਕਰਦੇ ਹਾਂ ਔਰ ਪੰਜਾਬ ਦੀ ਵੀ ਗੱਲ ਕਰਦੇ ਹਾਂ, ਤੇ ਬਾਕੀ ਅਮਰੀਕਾ ਨਾਲ ਵੀ ਰਹਿੰਦੀਆਂ ਗੱਲਾਂ ਕਰ ਸਕਾਂਗੇ ਆਪਾਂ ਸਾਰੇ। ਕਿਉਂ ਨਹੀਂ, ਜ਼ਰੂਰ ਕਰਾਂਗੇ। ਚੰਦਰਯਾਨ 3 ਨੂੰ ਲੈ ਕੇ ਇੱਕ ਚਰਚਾ ਬਣੀ ਹੋਈ ਹੈ। ਹਾਂਜੀ, ਕਿ ਨਰਿੰਦਰ ਮੋਦੀ ਜੀ ਨੇ ਇੱਕ ਸਟੇਟਮੈਂਟ ਦਿੱਤੀ ਹੈ ਕਿ ਜਿੱਥੇ ਚੰਦਰਮਾ ਦੇ ਉੱਤੇ ਉਤਰਿਆ ਹੈ ਚੰਦਰਯਾਨ 3, ਹਾਂ, ਉਸ ਪੁਆਇੰਟ ਦਾ ਨਾਂ ਸ਼ਿਵ ਸ਼ਕਤੀ ਕੇਂਦਰ ਹੋਏਗਾ। ਹੁਣ ਇਸ ਚੀਜ਼ ਨੂੰ ਲੈ ਕੇ ਚਰਚਾ ਬਣੀ ਹੋਈ ਹੈ ਕਿ ਇਹ ਸਟੇਟਮੈਂਟ ਕਿਉਂ ਦਿੱਤੀ ਉਹਨਾਂ ਨੇ। ਹਾਂ, ਪਹਿਲੋਂ ਤਾਂ ਸਭ ਤੋਂ ਪਹਿਲਾਂ ਇਹ ਹੈਗੇ ਕਿ ਉਹਨਾਂ ਨੂੰ ਇੰਨਾ ਚਾਅ ਔਰ ਇੰਨਾ ਖੁਸ਼ੀ ਸੀ। ਉਹਨਾਂ ਨੇ ਪਹਿਲੋਂ ਤਾਂ ਉੱਥੋਂ ਆਪਣਾ ਨੈਸ਼ਨਲ ਫਲੈਗ ਲਾਇਆ ਔਰ ਉਹਦੇ ਵਿੱਚ ਉਹਨਾਂ ਨੇ ਸ਼ਾਮਲ ਹੋਏ ਸਾਰੇ ਵਿਗਿਆਨੀਆਂ ਨਾਲ ਜਦੋਂ ਲੈਂਡ ਕੀਤਾ ਚੰਦਰਯਾਨ 3। ਉਸ ਤੋਂ ਬਾਅਦ ਹੁਣ ਫਿਰ ਯੂਨਾਨ ਤੋਂ ਤੇ ਜਦੋਂ ਦੱਖਣੀ ਅਫਰੀਕਾ ਤੋਂ ਆਇਆ, ਸਿੱਧੇ ਹੀ ਉੱਥੇ ਪਹੁੰਚੇ। ਉਹਨਾਂ ਨੇ ਪਹਿਲੋਂ ਉਹ ਵੀਡੀਓ ਕਾਨਫਰੰਸ ਕਹਿਤਾ ਸੀਗਾ ਕਿ ਇੱਥੋਂ ਦੇ ਮੁੱਖ ਮੰਤਰੀ ਔਰ ਨਾ ਉੱਥੋਂ ਦੇ ਕੋਈ ਉਪ ਮੁੱਖ ਮੰਤਰੀ ਕੋਈ ਵੀ ਮੈਨੂੰ ਵੈਲਕਮ ਕਰ ਲਈ ਇੱਥੇ ਨਾ ਆਵੇ ਏਅਰਪੋਰਟ 'ਤੇ, ਮੈਂ ਆਪਣੇ ਆਪ ਪਹੁੰਚ ਜਾਣਾ ਉੱਥੇ। ਔਰ ਉੱਥੇ ਵੀ ਉਸ ਸਰਕਾਰ ਦਾ ਕਰਨਾਟਕਾ ਦੇ ਵਿੱਚ ਵੀ ਰੌਲਾ ਪਿਆ, ਉਹ ਆਪੋ ਵਿੱਚ ਵੀ ਖਹਿਬਾਜ਼ੀ ਚੱਲ ਪਈ ਉੱਥੇ ਵੀ ਤੁਸੀਂ ਕਿਉਂ ਨਹੀਂ ਆਏ ਜਾਂ ਕਿਉਂ ਆਉਣਾ ਨਹੀਂ ਚਾਹੀਦਾ। ਗਵਰਨਰ ਸਾਹਿਬ ਨੇ ਉੱਥੇ ਕਿਹਾ, ਪਰ ਮੋਦੀ ਸਾਹਿਬ ਉੱਥੇ ਪਹੁੰਚ ਗਏ। ਔਰ ਉਹ ਤੋਂ ਬਾਅਦ ਇਹਨਾਂ ਨੇ ਜਿਹੜਾ ਉੱਥੇ ਕਿਹਾ ਕਿ ਜਦੋਂ ਲੈਂਡਿੰਗ ਹੋਈ ਆ ਉੱਥੇ ਚੰਦਰਮਾ ਦੀ ਸਤਹ 'ਤੇ, ਉਹਦਾ ਨਾਂ ਜਿਹੜਾ ਉਸ ਕੇਂਦਰ ਦਾ ਨਾਂ ਸ਼ਿਵ ਸ਼ਕਤੀ ਕੇਂਦਰ ਪੁਆਇੰਟ ਰੱਖਣਾ ਜ਼ਰੂਰੀ ਹੈ। ਔਰ ਅਨਾਉਂਸ ਕਰ ਦਿੱਤਾ। ਦੇਸ਼ ਦੇ ਪ੍ਰਧਾਨ ਮੰਤਰੀ ਆ, ਜੋ ਉਹਨਾਂ ਨੇ ਅਨਾਉਂਸ ਕੀਤਾ ਉਹ ਬਿਲਕੁਲ ਬਾਕਾਇਦਾ ਤੌਰ 'ਤੇ ਉਹਦੇ 'ਤੇ ਪੂਰਨੇ ਪੈ ਜਾਣੇ ਆ ਔਰ ਬਾਕਾਇਦਾ ਹੋਊਗਾ। ਪਰ ਇਹਦੇ ਵਿੱਚ ਛੋਟੀ ਮੋਟੀ ਚਰਚਾ ਹੋਈ ਆ ਔਰ ਇਹ ਜਿਹੜੇ ਵੀ ਲੋਕ ਸਾਰੇ ਮੰਨਦੇ ਨੇ ਸ਼ਿਵ ਜੀ ਨੂੰ, ਸ਼ਿਵ ਜੀ ਦੇ ਨਾਂ 'ਤੇ ਜੇ ਰੱਖਿਆ ਵੀ ਜਾਂਦਾ, ਤੇ ਮੇਰਾ ਖਿਆਲ ਕੋਈ ਇਹਦੇ ਵਿੱਚ ਕੰਟਰੋਵਰਸੀ ਨਹੀਂ ਹੋਗੀ। ਔਰ ਜੇ ਇਹ ਕੀਤਾ ਉਹਨਾਂ ਨੇ ਤੇ ਇਹਦੇ ਨਾਲ ਉਹਨਾਂ ਨੇ ਜਦੋਂ ਉਹਨਾਂ ਨੇ ਗੱਲ ਕੀਤੀ ਉਹਨਾਂ ਨਾਲ ਜਿਹੜੇ ਉੱਥੋਂ ਦੇ ਚੇਅਰਮੈਨ ਨੇ, ਉਹਨਾਂ ਨਾਲ ਜਦੋਂ ਚੇਅਰਮੈਨ ਸਾਹਿਬ ਨਾਲ ਗੱਲਬਾਤ ਕੀਤੀ ਹੈ, ਸੰਬੋਧਨ ਕੀਤਾ, ਭਾਵੁਕ ਹੋ ਗਏ ਉੱਥੇ ਖੁਸ਼ੀ ਦੇ ਵਿੱਚ। ਖੁਸ਼ੀ ਵਿੱਚ ਦੋ ਚੀਜ਼ਾਂ ਨੇ, ਜਾਂ ਤਾਂ ਰੋਣਾ ਆ ਜਾਂਦਾ ਬੰਦੇ ਨੂੰ ਖੁਸ਼ੀ ਦੇ ਨਾਲ, ਜਾਂ ਫਿਰ ਖੁਸ਼ੀ ਦੇ ਵਿੱਚ ਜ਼ਿਆਦਾ ਖੀਵਾ ਆ ਜਾਂਦਾ। ਔਰ ਇਹਨਾਂ ਨੂੰ ਖੁਸ਼ੀ ਦੇ ਵਿੱਚ ਨਹੀਂ ਸੰਭਾਲੀ ਗਈ ਔਰ ਇਹਦੇ ਵਿੱਚ ਭਾਵੁਕ ਹੋਏ। ਔਰ ਇਹਨਾਂ ਨੇ ਕਹਿਤਾ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਅਜੇ ਵੀ ਸੂਰਜ ਦੇ ਨਾਲ ਇੱਕ ਖੋਜ ਪੜਤਾਲ ਲਈ ਇਹਦੇ ਵਿੱਚ ਸਾਡੀ ਪੜਤਾਲ ਹੋਏਗੀ ਔਰ ਇਹਦੇ ਵਿੱਚ ਇਸਰੋ ਦੇ ਵਿਗਿਆਨੀ ਇਹਦੇ ਨਾਲ ਫਿਰ ਦੁਬਾਰਾ ਜੁਟੇ ਰਹਿਣਗੇ ਔਰ ਇਹਦੇ ਵਿੱਚ ਸਾਰੀਆਂ ਸਹੂਲਤਾਂ ਅਸੀਂ ਦੇਵਾਂਗੇ। ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਸੀਗਾ ਕਿ ਇਹਦੇ ਵਿੱਚ ਕੁਝ ਆਲੋਚਨਾ ਹੋਈ ਆ ਕਿ ਲੋਕਾਂ ਨੇ ਕਿਹਾ ਕਿ ਬਹੁਤ ਪੈਸਾ ਜਿਹੜਾ ਅਮਰੀਕਾ ਤੋਂ ਲਿਆ ਗਿਆ, ਜਾਂ ਉਹਨਾਂ ਨੇ ਬ੍ਰਿਟੇਨ ਨੇ ਕਿਹਾ, ਜਾਂ ਬਾਹਰਲੇ ਦੇਸ਼ਾਂ ਵੱਲੋਂ ਆਲੋਚਨਾ ਹੋਈ ਹੈ। ਪਰ ਇਹ ਹੈਗਾ ਜਦੋਂ ਕੋਈ ਕੰਟਰੀ ਇਸ ਤਰ੍ਹਾਂ ਦਾ ਮਾਰਕਾ ਮਾਰਦਾ ਵਾ ਤੇ ਬਾਹਰਲੇ ਦੇਸ਼ਾਂ ਨੂੰ ਜਾਂ ਜਿਹੜੇ ਵੱਡੀਆਂ ਸੁਪਰ ਪਾਵਰਾਂ ਉਹਨਾਂ ਨੂੰ ਇਹ ਗੱਲ ਪਚਦੀ ਨਹੀਂ। ਗੱਲ ਇਹ ਹੈਗੀ ਆ, ਪਹਿਲਾਂ ਚੰਦਰਯਾਨ 2 ਗਿਆ ਉਦੋਂ ਕਿਉਂ ਨਹੀਂ ਰੌਲਾ ਪਿਆ ਜਦੋਂ ਸਕਸੈਸਫੁਲ ਨਹੀਂ ਹੋਇਆ। ਜਦੋਂ ਅਸੀਂ ਕਾਮਯਾਬੀ ਵੱਲ ਵੱਧ ਗਿਆ ਤਾਂ ਹੁਣ ਇਹ ਚਰਚਾ ਬਣ ਗਈ ਹੈ ਕਿ ਇਹਦੇ 'ਚ ਪੈਸਾ ਉਹਨਾਂ ਦਾ ਲੱਗਾ, ਉਹ ਸਾਰਾ ਇਹ ਕੀਤਾ। ਜਦੋਂ ਕਿ ਵਿਗਿਆਨੀ ਸਾਡੇ ਦੇਸ਼ ਦੇ ਆ, ਖੋਜ ਉਹਨਾਂ ਦੀ ਹੈਗੀ ਆ। ਇਹ ਨਹੀਂ ਉਹਨਾਂ ਨੇ ਕਹਿਤਾ ਕਿ ਇਹਨਾਂ ਦੇ ਵਿਗਿਆਨੀ ਸਾਇੰਟਿਸਟ ਵੀ ਉਹਨਾਂ ਦੇ ਵਿੱਚ ਬੈਠੇ ਆ। ਜਦੋਂ ਕਿ ਵੀਡੀਓ ਵਾਇਰਲ ਹੋਈ ਆ, ਸਾਰੇ ਸਾਇੰਟਿਸਟ ਸਾਡੇ ਉਹਦੇ 'ਚ ਬੈਠੇ ਆ, ਜਿਸ 'ਚ ਕੁੜੀਆਂ ਵੀ ਆ, ਮੁੰਡੇ ਵੀ ਆ, ਬਜ਼ੁਰਗ ਵੀ ਆ, ਹਰ ਤਰ੍ਹਾਂ ਦੇ ਲੋਕ ਬੈਠੇ ਉਹਦੇ ਵਿੱਚ। ਪੰਜਾਬ ਦੇ ਵੀ 3 ਵਿਗਿਆਨੀ ਉਹਦੇ ਵਿੱਚ ਹੈਗੇ ਆ ਔਰ ਹਰ ਸਟੇਟ ਦੇ ਵਿਗਿਆਨੀ ਉੱਥੇ ਬੈਠੇ ਆ, ਕਿਉਂਕਿ ਜੁਆਇੰਟਲੀ ਐਫਰਟ ਸੀ ਉਹਨਾਂ ਦਾ। ਉਹਨਾਂ ਦੀ ਖੋਜ ਜਿਹੜੀ ਉਹਨਾਂ ਦੀ ਪੜਤਾਲ ਸੀ, ਜਿਹੜੇ ਵੀ ਸਪੇਸ ਦੀ ਰਿਸਰਚ ਵਾਲੇ ਸਾਇੰਟਿਸਟ ਸੀ ਜਿਨ੍ਹਾਂ ਨੇ ਸਟੱਡੀ ਕੀਤੀ ਆ, ਉਹਨਾਂ ਦੇ ਸਾਰਿਆਂ ਦੇ ਜਿਹੜੇ ਉਹਦੇ ਵਿੱਚ ਕੰਟਰੀਬਿਊਸ਼ਨ ਰਹੀ ਆ। ਔਰ ਇਹ ਹੋ ਸਕਦਾ ਕਿ ਬਾਹਰਲੇ ਦੇਸ਼ਾਂ ਨੇ ਕੋਈ ਵਾਰੀ ਲੌਬੀਜ਼ ਬਣੀਆਂ ਹੁੰਦੀਆਂ
ਔਰ ਵੱਡੀਆਂ ਕੰਟਰੀ ਜਿਹੜੀ ਉਹ ਕਹਿੰਦੇ ਇਹ ਤਾਂ ਸਾਡਾ ਸਾਰਾ ਕੰਮ ਆ ਗਿਆ ਚੰਦਰਮਾ ਦੇ ਤੇ ਅਸੀਂ ਉਹਦੇ ਧਰਤੀ ਦੇ ਜ਼ਿੰਮੇਵਾਰ ਹਾਂ, ਉੱਥੇ ਸਾਡਾ ਹੀ ਕਬਜ਼ਾ। ਇਹ ਕੌਣ ਹੁੰਦੇ ਉੱਥੇ ਆ ਸਕਦੇ? ਪ੍ਰੋਬਲਮ ਇਹ ਹੈਗੀ, ਹੋਰ ਕੋਈ ਨਹੀਂ। ਕਿਉਂਕਿ ਸਾਡੇ ਸਾਇੰਟਿਸਟ ਵੀ ਜਦੋਂ ਪੜ੍ਹਦੇ ਨੇ ਜਾਂ ਲਿਖਦੇ ਨੇ ਜਾਂ ਕਰਦੇ ਨੇ ਬਾਹਰਲੇ ਦੇਸ਼ਾਂ ਵਿੱਚ ਹੀ ਬੈਠੇ ਆ। ਮੇਬੀ ਜੇ ਉਹਨਾਂ ਨੇ ਉੱਥੋਂ ਥੋੜ੍ਹੀ ਬਹੁਤ ਕਿਤੇ ਕੋਈ ਕੰਟਰੀਬਿਊਸ਼ਨ ਮੰਗ ਲਈ ਜਾਂ ਸਲਾਹ ਮੰਗ ਲਈ ਹੈ ਤੇ ਕੋਈ ਗੱਲ ਨਹੀਂ ਹੁੰਦੀ। ਇੱਕ ਗਲੋਬਲਾਈਜੇਸ਼ਨ ਦੇ ਵਿੱਚ ਸਾਰੇ ਸਾਇੰਟਿਸਟ ਰਲ ਮਿਲ ਕੇ ਗੱਲਾਂ ਕਰਦੇ ਆ। ਤੇ ਜੇ ਪੈਸੇ ਧੇਲੇ ਦੀ ਗੱਲ ਹੈ, ਇਹਨਾਂ ਤਾਂ ਕੰਟਰੀ ਕੋਲ ਪੈਸਾ ਹੈ। ਔਰ ਇਹਦੋਂ ਪਹਿਲਾਂ ਵੀ ਸਾਡੇ ਕੰਟਰੀ ਦੇ ਜਿਹੜੇ ਸਾਇੰਟਿਸਟ ਆ ਅਮਰੀਕਾ ਦੀ ਕੋਲੈਬੋਰੇਸ਼ਨ ਨਾਲ ਗਏ ਉੱਥੇ, ਔਰ ਉਹਦੇ ਵਿੱਚ ਉਹ ਉਦੋਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜੀ ਸੀ। ਉਹਦੇ ਸਾਰੇ ਜਾਨ ਸੇ ਅੱਛਾ ਹਿੰਦੁਸਤਾਨ ਹਮਾਰਾ ਉਹਨਾਂ ਨੇ ਕਿਹਾ ਉੱਥੇ ਜਾ ਕੇ। ਔਰ ਇਹ ਅੱਜ ਦੀ ਗੱਲ ਨਹੀਂ, ਸਪੇਸ ਦੇ ਵਿੱਚ ਜਿਹੜੀ ਖੋਜ ਚੱਲਦੀ ਰਹੀ ਹੈ ਜਾਂ ਚੱਲਦੀ ਰਹੀ, ਉਹ 'ਚ ਕੰਟਰੀਬਿਊਸ਼ਨ ਇੰਡੀਆ ਦੀ ਬਹੁਤ ਮਾਰਕੇਦਾਰ ਹੋਈ ਆ। ਅੱਜ ਅਸੀਂ ਦੱਸ ਦਿੱਤਾ, ਹਿੰਦੁਸਤਾਨ ਨੇ ਦੱਸਤਾ, ਇੰਡੀਆ ਨੇ ਦੱਸਤਾ ਕਿ ਸਾਡੇ ਕੋਲ ਇੰਨੀ ਪਾਵਰ ਹੈਗੀ ਆ, ਇੰਨਾ ਗਿਆਨ ਹੈਗਾ ਸਪੇਸ ਦੇ ਵਾਯੂਮੰਡਲ ਦਾ। ਅਸੀਂ ਇਹਦੇ ਵਿੱਚ ਇਸੇ ਪੜਤਾਲ ਲਈ, ਇਸੇ ਖੋਜ ਲਈ ਅੱਜ ਕਾਮਯਾਬ ਹੋ ਗਏ ਹਾਂ। ਔਰ ਤਿਰੰਗਾ ਝੰਡਾ ਉੱਥੇ ਚੜਾ ਕੇ ਉੱਥੇ ਸਾਰਾ ਕੁਝ ਅਗਲੀ ਖੋਜ ਕੀਤੀ ਜਾਊ। ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਉੱਥੇ 14 ਦਿਨ ਰਾਤ ਅਤੇ 14 ਦਿਨ ਜਿਹੜਾ ਰਹਿੰਦਾ, ਇਹ ਮੱਸਿਆ ਪੁੰਨਿਆ ਜਿਹੜਾ ਅਸੀਂ ਇੱਥੇ ਮਨਾਉਂਦੇ ਹਾਂ। ਮੱਸਿਆ ਤੇ ਰਾਤ ਆ ਤੇ ਪੁੰਨਿਆ ਤੇ ਚੰਨ, ਜਦੋਂ ਚੜ੍ਹਦਾ ਆਉਂਦੇ ਤੂੰ ਪੁੰਨਿਆ ਦਾ ਚੰਨ ਹੋ ਗਿਆ, ਸਾਨੂੰ ਨਜ਼ਰ ਨਹੀਂ ਆਉਂਦਾ। ਈਦ ਵੀ ਚੰਨ ਦੇ ਨਾਲ ਹੀ ਮਨਾਉਂਦੇ ਆ। ਈਦ ਦੇ ਵਿੱਚ ਵੀ ਚੰਦਰਮਾ ਜਦੋਂ ਨਜ਼ਰ ਆਉਂਦਾ ਤਾਂ ਤਦ ਹੀ ਉੱਥੇ ਈਦ ਮਨਾਈ ਜਾਂਦੀ ਹੈ। ਇਹਦੇ ਨਾਲ ਬੜੇ ਤਿਉਹਾਰ ਨੇ, ਇਹਦੇ ਨਾਲ ਬੜਾ ਕੁਝ ਜੁੜਿਆ, ਸਾਡੀਆਂ ਪਰੰਪਰਾ ਜੁੜੀਆਂ ਨੇ, ਸਾਡੇ ਤਿਉਹਾਰ ਜੁੜੇ ਨੇ, ਸਾਡੇ ਮੇਲੇ, ਮੱਸਿਆ, ਬੜਾ ਕੁਝ ਜੁੜਿਆ ਭਾਰਤ ਦਾ। ਪਰ ਅੱਜ ਜਿਹੜੇ ਖੋਜੀਆਂ ਨੇ ਸਪੇਸ ਦੇ ਵਿੱਚ ਜਾ ਕੇ, ਇਸਰੋ ਦੇ ਸਾਰੇ ਵਿਗਿਆਨੀਆਂ ਨੇ ਬਹੁਤ ਵੱਡਾ ਮਾਰਕਾ ਮਾਰਿਆ। ਔਰ ਹਿੰਦੁਸਤਾਨ ਦਾ ਨਾਂ ਜਿਹੜਾ ਹੈਗਾ 4 ਦੇਸ਼ਾਂ ਦੇ ਵਿੱਚ ਮੋਹਰਲੀ ਕਤਾਰ ਵਿੱਚ ਖੜਾ ਹੋ ਗਿਆ। ਔਰ ਅਸੀਂ ਜਾਣਦੇ ਹਾਂ ਕਿ ਹਿੰਦੁਸਤਾਨ ਹੁਣ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਕਿੱਥੇ ਦਾ ਕਿੱਥੇ ਪਹੁੰਚ ਗਿਆ। ਇਹ ਪਤਾ ਲੱਗ ਗਿਆ ਕਿ ਲੋਕ ਸਾਡੇ ਇੱਥੋਂ ਦੇ ਸਾਇੰਸਦਾਨ ਪੜ੍ਹਦੇ ਵੀ ਨੇ, ਵੇਲੜ ਨਹੀਂ ਨੇ, ਕੰਮ ਕਰਨ ਯੋਗ ਨੇ, ਐਲੀਜੀਬਿਲਟੀ ਹੈ ਇਹਨਾਂ ਦੀ, ਦਿਮਾਗ ਇਹਨਾਂ ਕੋਲ ਬਹੁਤ ਅੱਛਾ ਹੈਗਾ। ਕਿਉਂਕਿ ਸਾਡੇ ਜਿਹੜੇ ਸਾਇੰਟਿਸਟ ਆ ਬਹੁਤ ਜ਼ਿਆਦਾ ਤੇ ਬਾਹਰਲੇ ਦੇਸ਼ ਖਰੀਦ ਲੈਂਦੇ, ਚਲੇ ਜਾਂਦੇ ਉੱਥੇ, ਵਿਗਿਆਨੀ, ਇੰਜੀਨੀਅਰ, ਸਾਡੇ ਸਾਇੰਟਿਸਟ ਸਾਰੇ ਉੱਥੇ ਚਲੇ ਜਾਂਦੇ ਆ। ਹਿੰਦੁਸਤਾਨ ਨੂੰ ਚਾਹੀਦਾ ਕਿ ਇਹਨਾਂ ਨੂੰ ਸੰਭਾਲਣਾ ਚਾਹੀਦਾ, ਇਹਨਾਂ ਦੇ ਪਿੱਛੇ ਪੈਸਾ ਲਾਉਣਾ ਚਾਹੀਦਾ, ਇਹਨਾਂ ਨੂੰ ਸਹੂਲਤਾਂ ਦੇਣੀਆਂ ਚਾਹੀਦੀਆਂ, ਇਹਨਾਂ ਦੇ ਸਾਰੇ ਪਰਿਵਾਰ ਨੂੰ ਵੇਖਣਾ ਚਾਹੀਦਾ। ਕਈ ਤਾਂ ਵਿਚਾਰੇ ਗਰੀਬੀ ਕਰਕੇ ਚਲੇ ਜਾਂਦੇ ਆ, ਜਿਹਨਾਂ ਕੋਈ ਇੰਨਾ ਅੱਛਾ ਬ੍ਰੇਨ, ਇੰਨਾ ਫਰਟਾਈਲ ਬ੍ਰੇਨ ਹੁੰਦਾ, ਉਹ ਵੀ ਵਿਚਾਰੇ ਇੱਥੋਂ ਨਿਕਲ ਜਾਂਦੇ ਆ, ਚਲੇ ਜਾਂਦੇ ਆ। ਪਰ ਦੇਸ਼ ਨੂੰ ਚਾਹੀਦਾ ਹੈਗਾ, ਇੱਥੋਂ ਦੇ ਜਿਹੜੇ ਪ੍ਰਮੁੱਖ ਨੇਤਾ ਇਹਨਾਂ ਨੂੰ ਚਾਹੀਦਾ, ਇਹਨਾਂ ਨੂੰ ਸੰਭਾਲਣਾ ਚਾਹੀਦਾ, ਤਾਂ ਕਿ ਅੱਗੇ ਕੋਈ ਸਪੇਸ ਦੇ ਵਿੱਚ, ਵਾਯੂਮੰਡਲ ਦੇ ਵਿੱਚ, ਕੋਈ ਹੋਰ ਤਾਰਿਆਂ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਖੋਜ ਹੋ ਸਕੇ। ਜਿਹੜੇ ਸਾਡੇ ਸਟਾਰ ਵਿਗਿਆਨੀ ਨੇ ਉਹਨਾਂ ਦਾ ਜਿਹੜਾ ਕੰਟਰੀਬਿਊਸ਼ਨ ਆ ਉਹਨੂੰ ਆਪਣੇ ਝੋਲੀ ਵਿੱਚ ਪਾਉਣੋ, ਉਹਨਾਂ ਦਾ ਸਾਰਾ ਜਿਹੜੀ ਕੰਟਰੀਬਿਊਸ਼ਨ ਆ ਉਹਨੂੰ ਸੰਭਾਲਣ। ਜੀ ਐਗਜ਼ੈਕਟਲੀ, ਕਿਉਂਕਿ ਕਦਰ ਹੋਣੀ ਚਾਹੀਦੀ ਹੈ ਜੋ ਸਾਇੰਟਿਸਟ ਹੈਗੇ ਨੇ। ਖੈਰ ਇਹ ਪੋਲਿਟਿਕਸ ਹੈ, ਉਹ ਆਪਣੀ ਜਗ੍ਹਾ ਚੱਲਦਾ ਰਹਿੰਦਾ ਹੈ। ਬਿਲਕੁਲ। ਔਰ ਕਈ ਥਾਂ ਦੇ ਉੱਤੇ ਜੋ ਇਹ ਸ਼ਿਵ ਸ਼ਕਤੀ ਕੇਂਦਰ ਹੋਵੇਗਾ, ਇਹ ਨਾਮ ਦਿੱਤਾ ਜਾ ਰਿਹਾ ਹੈ। ਕਈ ਪੋਲੀਟੀਕਲ ਧਿਰ ਔਰ ਕਈ ਲੋਕ ਇਸ ਨੂੰ ਹਿੰਦੂਤਵ ਨਾਲ ਜੋੜ ਕੇ ਦੇਖ ਰਹੇ ਨੇ ਕਿ ਇਹ ਰਾਜਨੀਤੀ ਹੈ, ਇਹ ਰਾਜਨੀਤੀ ਦੇ ਕਈ ਇਹਦੇ ਵਿੱਚ ਸੰਕੇਤ ਮਿਲਦੇ ਨੇ, ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਨੇ। ਖੈਰ ਸਾਡਾ ਧਿਆਨ ਇਹ ਹੋਣਾ ਚਾਹੀਦਾ ਕਿ ਚੰਦਰਯਾਨ 3 ਆਪਣਾ ਕੰਮ ਕਰਦਾ ਰਹੇ ਔਰ 14 ਦਿਨ ਤੱਕ ਆਪਣੀਆਂ ਤਸਵੀਰਾਂ ਭੇਜਦਾ ਪਿਆ ਔਰ ਚੰਗੀ ਤਰ੍ਹਾਂ ਕੰਮ ਕਰੀ ਜਾ ਰਿਹਾ। ਔਰ ਪੂਰਾ ਵਿਸ਼ਵ ਇਸ ਉਪਲਬਧੀ ਨੂੰ ਬਹੁਤ ਚੰਗੀ ਨਜ਼ਰ ਨਾਲ ਦੇਖ ਰਿਹਾ ਕਿ ਇੰਨੇ ਘੱਟ ਬਜਟ ਦੇ ਵਿੱਚ ਕੋਈ 600 ਕਰੋੜ ਦੇ ਕਰੀਬ ਖਰਚ ਹੋਇਆ ਔਰ ਚੰਦਰਯਾਨ ਲਾਂਚ ਕਰ ਦਿੱਤਾ, ਬਲਕਿ ਪੂਰੀਆਂ ਦੂਸਰੀਆਂ ਕੰਟਰੀਜ਼ ਤੇ ਅਰਬਾਂ ਡਾਲਰ ਖਰਚ ਕਰਦੇ ਨੇ। ਤੋ ਇਹ ਜੁਗਾੜ ਕੀ ਹੈ ਜਿਹੜਾ ਇੰਨੀ ਛੋਟੇ ਜਿਹੇ ਪੈਸੇ ਦੇ ਵਿੱਚ, ਛੋਟੇ ਬਜਟ ਵਿੱਚ ਹੀ ਇੰਨਾ ਵੱਡਾ ਕਰ ਦਿੱਤਾ। ਔਰ ਇੰਡੀਆ ਬਾਕੀ ਕੰਟਰੀਜ਼ ਨੂੰ ਵੀ ਸਰਵਿਸ ਦੇ ਸਕਦਾ ਹੈ, ਦੂਸਰੇ ਦੇਸ਼ ਵੀ ਇੰਡੀਆ ਨੂੰ ਜੁਆਇਨ ਕਰ ਸਕਦੇ ਨੇ ਕਿ ਤੁਸੀਂ ਸਾਨੂੰ ਵੀ, ਸਾਡੇ ਵੀ ਯਾਨ, ਸਾਡੇ ਵੀ ਸੈਟੇਲਾਈਟ ਤੁਸੀਂ ਅੰਤਰਿਕਸ਼ ਵਿੱਚ ਭੇਜੋ, ਤਾਂ ਇੰਡੀਆ ਉਹਨਾਂ ਨਾਲ ਕੋਲੈਬੋਰੇਟ ਕਰ ਸਕਦਾ ਹੈ ਔਰ ਸਪੇਸ ਇਕੋਨਮੀ ਅੱਛੀ ਬਣ ਸਕਦੀ ਹੈ ਇੰਡੀਆ ਦੀ। ਕਿਉਂਕਿ ਪੂਰੀ ਦੁਨੀਆ ਦੇ ਵਿੱਚ ਸਪੇਸ ਇਕੋਨਮੀ ਬੜੀ ਜ਼ਬਰਦਸਤ ਹੈ, ਤਕਰੀਬਨ 500 ਬਿਲੀਅਨ ਅਮਰੀਕਨ ਡਾਲਰ ਦੀ ਹੈ ਔਰ ਇੰਡੀਆ ਵੀ ਉਹਦੇ ਵਿੱਚ ਆਪਣਾ ਹਿੱਸਾ ਪਾ ਸਕਦਾ, ਅੱਗੇ ਵੱਧ ਸਕਦਾ। ਔਰ ਜਿਸ ਤਰ੍ਹਾਂ ਕਿ ਐਲਨ ਮਸਕ ਪ੍ਰਾਈਵੇਟ ਸਰਵਿਸ ਪ੍ਰੋਵਾਈਡਰ ਹੈਗੇ ਨੇ ਇਸ ਖੇਤਰ ਦੇ ਵਿੱਚ, ਔਰ ਇਸ ਵਕਤ ਯੂਕਰੇਨ ਤੇ ਰਸ਼ੀਆ ਦਾ ਜਿਹੜਾ ਵਾਰ ਚੱਲਦਾ ਪਿਆ, ਉਹਦੇ ਵਿੱਚ ਯੂਕਰੇਨ ਨੂੰ ਔਰ ਰਸ਼ੀਆ ਨੂੰ ਜੋ ਸੈਟੇਲਾਈਟਸ ਦੀ ਮਦਦ ਚਾਹੀਦੀ ਹੈ ਔਰ ਇੱਕ ਧਿਰ ਨੂੰ ਮਦਦ ਦੇ ਰਹੇ ਨੇ ਐਲਨ ਮਸਕ, ਆਪਣੇ ਸੈਟੇਲਾਈਟਸ, ਆਪਣੇ ਪ੍ਰਾਈਵੇਟ ਸੈਟੇਲਾਈਟਸ ਦੇ ਜ਼ਰੀਏ ਫੌਜੀਆਂ ਨੂੰ ਮਦਦ ਮਿਲਦੀ ਪਈ ਹੈ ਟਾਰਗੇਟ ਕਰਨ ਦੇ ਵਿੱਚ, ਆਪਣੇ ਏਮਸ ਕਿਤੇ ਉਹ ਬੰਬ ਸੁੱਟਣ ਜਾਂ ਕਿਤੇ ਉਹ ਦੂਸਰੀ ਆਰਮੀ ਨੂੰ ਦੇਖਣ। ਸੋ ਇਸ ਤਰ੍ਹਾਂ ਇੰਡੀਆ ਵੀ ਇੱਕ ਸਰਵਿਸ ਪ੍ਰੋਵਾਈਡਰ ਬਣ ਸਕਦਾ ਔਰ ਮਿਲੀਅਨ ਡਾਲਰਸ ਕਮਾ ਸਕਦਾ। ਸੋ ਇੱਕ ਅੱਛੀ ਨਿਊਜ਼ ਹੈ ਇੰਡੀਆ ਵਾਸਤੇ। ਬਿਲਕੁਲ। ਆਪਾਂ ਇੱਕ ਅੱਗੇ ਵਧੀਏ ਜੀ। ਅੱਗੇ ਇਹ ਹੈ ਜੀ ਕਿ ਅਮਰੀਕਾ ਨੇ ਤਾਈਵਾਨ ਨੂੰ 50 ਕਰੋੜ ਅਮਰੀਕਨ ਡਾਲਰ ਕੀਮਤ ਦੇ ਹਥਿਆਰ ਦੇਣ ਦੀ ਮਨਜ਼ੂਰੀ ਦਿੱਤੀ ਹੈ। ਹਾਲਾਂਕਿ ਅਫਗਾਨਿਸਤਾਨ ਤੋਂ ਆ ਗਿਆ ਸੀ, ਉਸ ਤੋਂ ਬਾਅਦ ਤਾਈਵਾਨ ਨੇ ਕਬਜ਼ਾ ਕੀਤਾ ਹੋਇਆ ਹੈ। ਹੁਣ ਅਮਰੀਕਾ ਉਹਨੂੰ ਸਪੋਰਟ ਕਰਦਾ ਪਿਆ। ਇਹਦੇ ਪਿੱਛੇ ਵੀ ਕੋਈ ਰਾਜਨੀਤੀ ਹੋਏਗੀ, ਕਿਉਂਕਿ ਸਿੱਧੀ ਮਦਦ ਤਾਂ
ਇੱਦਾਂ ਨਹੀਂ ਕੀਤੀ ਜਾ ਸਕਦੀ, ਉਹ ਵੀ ਹਥਿਆਰਾਂ ਦੀ, ਉਹ ਵੀ 50 ਕਰੋੜ ਅਮਰੀਕਨ ਡਾਲਰਸ ਦੀ। ਹਾਂ, ਇਹ ਹੁਣੇ ਰੀਸੈਂਟਲੀ ਪਤਾ ਲੱਗਾ ਕਿ 50 ਕਰੋੜ ਦੇ ਜਿਹੜੇ ਵੈਪਨ ਨੇ, ਜਿਹੜੇ ਹਥਿਆਰ ਨੇ, ਜਿਹਦੇ ਵਿੱਚ ਰਡਾਰ ਆ, ਜਿਹਦੇ ਵਿੱਚ ਮਿਜ਼ਾਈਲਾਂ, ਜਿਹਦੇ ਵਿੱਚ ਜਹਾਜ਼ ਆ, ਔਰ ਸਾਰੇ ਜਿਹੜੇ ਲੜਾਕੂ ਜਹਾਜ਼ ਨੇ, ਜੈਟ ਉਹਨਾਂ ਦੇ, ਉਹ ਉਹਨਾਂ ਨੇ ਭੇਜਣ ਦੀ ਮਨਜ਼ੂਰੀ ਜਿਹੜੀ ਹੈ ਡਿਫੈਂਸ ਵੱਲੋਂ ਮਨਜ਼ੂਰ ਕਰ ਦਿੱਤਾ। ਔਰ ਇਹਦੇ ਵਿੱਚ ਇਹ ਪਤਾ ਲੱਗਾ ਕਿ ਜਿੰਨਾ ਪੈਸਾ, ਜਿੰਨਾ ਬਜਟ ਹੈਗਾ, ਉਹ ਵੀ ਇਹਨਾਂ ਨੇ ਕੀਤਾ ਕਿ ਜਿਹੜਾ ਉਹਨਾਂ ਦਾ ਡਿਫੈਂਸ ਬਜਟ ਹੋਊਗਾ, ਉਹ ਸਾਰਾ ਬਜਟ ਜਿਹੜਾ ਇਹਨਾਂ ਦੇ ਬਜਟ ਵਿੱਚੋਂ, ਅਮਰੀਕਾ ਦੇ ਬਜਟ ਵਿੱਚੋਂ ਜਾਊਗਾ, ਉਹਨਾਂ ਦੀ ਪੂੰਜੀ ਵਿੱਚੋਂ ਜਾਊਗਾ। ਜਿਸ ਤਰ੍ਹਾਂ ਇਹ ਪਾਕਿਸਤਾਨ ਨੂੰ ਵੀ ਦਿੰਦੇ ਰਹੇ ਬਜਟ। ਪਾਕਿਸਤਾਨ ਨੂੰ ਜਿਹੜਾ ਡਿਫੈਂਸ ਬਜਟ ਹੈ ਅਮਰੀਕਾ ਦਾ ਜਾਂਦਾ ਰਿਹਾ ਪਹਿਲੋਂ। ਪਾਕਿਸਤਾਨ ਨੂੰ ਕੋਈ ਇੰਨਾ ਪੈਸਾ ਨਹੀਂ ਸੀਗਾ, ਵੈਪਨ ਵੀ ਦਿੱਤੇ ਆ ਔਰ ਬਜਟ ਵੀ ਦਿੱਤੇ ਆ। 1965 ਦੀ ਜੰਗ ਵਿੱਚ ਜੋ ਆਪਣੇ ਪੈਟਨ ਟੈਂਕ ਸੀ, ਸਾਰਾ ਅਮਰੀਕਾ ਨੇ ਸਪਲਾਈ ਕੀਤੇ, ਔਰ ਹੁਣ ਇਹਨੇ ਤਾਇਵਾਨ ਨੂੰ ਭੇਜਣਾ ਸ਼ੁਰੂ ਕਰਤਾ। ਪਰ ਰੀਸੈਂਟਲੀ ਪਤਾ ਲੱਗਾ ਕਿ ਚਾਈਨਾ ਨੇ ਉਹਨਾਂ ਦੇ ਬਾਰਡਰਾਂ ਦੇ ਜਿਹੜਾ ਟਾਪੂ ਆ, ਉਹਨੂੰ ਆਲੇ ਦੁਆਲੇ ਚੁਗਿਰਦੇ ਨੂੰ ਘੇਰਿਆ, ਜਿਹਦੇ ਵਿੱਚ ਉਹਦੇ ਜੰਗੀ ਬੇੜੇ ਵੀ ਆ ਗਏ ਆ, ਜਹਾਜ਼ ਵੀ ਉਹਦੇ 'ਚ ਆ ਗਏ ਇਹਨਾਂ ਦੇ, ਔਰ ਉਹਦੇ ਵਿੱਚ ਉਹਨਾਂ ਦੀ ਫੌਜ ਆ ਉਹ ਵੀ ਪਹੁੰਚ ਗਈ ਆ, ਔਰ ਆਲੇ ਦੁਆਲੇ ਉਹ ਆਏ। ਇਸ ਖਤਰੇ ਤੋਂ ਡਰਦਿਆਂ ਤਾਇਵਾਨ ਨੇ ਅਮਰੀਕਾ ਵੱਲ ਗੁਜ਼ਾਰਿਸ਼ ਕੀਤੀ, ਔਰ ਅਮਰੀਕਾ ਦੇ ਡਿਫੈਂਸ ਮਿਨਿਸਟਰ ਨੂੰ ਕਿਹਾ, ਔਰ ਉਹਨਾਂ ਨੇ ਵੇਖਿਆ ਕਿ ਬਜਟ ਕਿੰਨਾ ਹੈਗਾ। ਹੁਣ ਉਹਨਾਂ ਨੇ ਸਾਰਾ ਬਜਟ ਆਪ ਸੰਭਾਲ ਲਿਆ ਅਮਰੀਕਾ ਨੇ। ਉਹਦੇ 'ਚ ਤਾਇਵਾਨ ਨੂੰ ਜਿੰਨੇ ਵੈਪਨ ਦਿੱਤੇ ਆ, ਉਹ ਸਾਰਾ ਕੁਝ ਉਹਨਾਂ ਨੇ ਮਨਜ਼ੂਰੀ ਦੇ ਦਿੱਤੀ ਆ। ਰੀਸੈਂਟਲੀ ਹੁਣੇ ਹੀ ਇਮੀਡੀਏਟਲੀ ਹੋਇਆ ਸਾਰਾ ਇਹ ਐਕਸ਼ਨ। ਇਸ ਕਰਕੇ ਹੋਏਗਾ ਕਿਉਂਕਿ ਉਹਨੂੰ ਚਾਈਨਾ ਨੇ ਘੇਰ ਲਿਆ, ਔਰ ਚਾਈਨਾ ਦੀ ਜਿਹੜੀ ਮਾੜੀ ਨਜ਼ਰ ਆ, ਉਹਦੇ 'ਤੇ ਜਿਹੜਾ ਉਹ ਕੰਟਰੋਲ ਕਰਨ ਵਾਲਾ ਸਭ ਤੋਂ ਅਮਰੀਕਾ ਹੀ ਹੈ ਜਿੱਥੇ ਵੀ ਜਾਂਦਾ। ਜੇ ਚਾਈਨਾ ਸਾਡੇ ਨਾਲ ਵੀ ਕੋਈ ਇੱਧਰ ਕਰਦਾ, ਜਾਂ ਇਹਦੇ ਵਿੱਚ ਆ ਕੇ ਦਖਲਅੰਦਾਜ਼ੀ ਕਰਦਾ, ਜਾਂ ਸਰਹੱਦਾਂ ਨੂੰ ਘੇਰਦਾ, ਜਾਂ ਫੌਜ ਲੈ ਕੇ ਅੰਦਰ ਆਉਂਦਾ, ਤਾਂ ਅਮਰੀਕਾ ਹਮਾਇਤ ਕਰਦਾ ਉਦੋਂ ਭਾਰਤ ਦੀ। ਅੱਜ ਵੀ ਇਹ ਹੈਗਾ ਕਿਉਂਕਿ ਡਿਫੈਂਸ ਮਿਨਿਸਟਰ ਤੋਂ ਪਹਿਲਾਂ ਜਿਹੜੇ ਇਹਨਾਂ ਦੇ ਅਧਿਕਾਰੀ ਸੀਗੇ ਆਰਮੀ ਦੇ, ਇਹਨਾਂ ਦੀ ਬੈਠਕ ਉਹਨਾਂ ਦੀ ਹੋਈ ਆਪੋ ਵਿੱਚ, ਤੇ ਉਹਦੇ ਵਿੱਚ ਵੀ ਇਹਨਾਂ ਨੇ ਅਮਰੀਕਾ ਕੋਲ ਸਲਾਹ ਮੰਗੀ ਸੀ ਜਦੋਂ ਆਪਣੇ ਪ੍ਰਧਾਨ ਮੰਤਰੀ ਸਾਹਿਬ ਅਮਰੀਕਾ ਗਏ ਸੀ ਬਾਈਡਨ ਸਾਹਿਬ ਕੋਲ। ਕਿਉਂਕਿ ਅਮਰੀਕਾ ਜਿਹੜਾ ਹੈਗਾ, ਇਹ ਇੱਕ ਤਾਂ ਜਿਸ ਤਰ੍ਹਾਂ ਹੁਣ ਆਪਾਂ ਗੱਲ ਕੀਤੀ ਹੈ ਕਿ ਇਹਦੇ ਵਿੱਚ ਇਹਨਾਂ ਨੇ ਵੈਪਨ ਦੇ ਦਿੱਤੇ ਉਹਨਾਂ ਨੂੰ, ਮਾਰਕੀਟ ਇਹਨਾਂ ਦੀ ਆਪਣੀ ਹੁੰਦੀ ਹੈ, ਮੰਡੀ ਆਪਣੀ ਹੁੰਦੀ ਹੈ, ਇਹ ਵੇਖਦੇ ਆ ਕਿ ਲੜਾਈ ਕਿੱਥੇ ਲੱਗੀ ਹੈ, ਹਮਾਇਤ ਉਹਦੀ ਕਰਦੇ ਆ। ਔਰ ਜਦੋਂ ਜਹਾਜ਼ ਜਾਂਦੇ ਰਹੇ, ਜਦੋਂ ਇਹਨਾਂ ਦਾ ਡਿਫੈਂਸ ਮਿਨਿਸਟਰ ਜਾਂ ਸੈਕਟਰੀ ਜਾਂਦਾ ਰਿਹਾ ਉੱਥੇ ਤਾਇਵਾਨ, ਚਾਈਨਾ, ਉਦੋਂ ਉਹਦੇ 'ਤੇ ਦੁੱਖ ਪ੍ਰਗਟਾਉਂਦਾ ਰਿਹਾ ਕਿ ਇਹ ਕਿਉਂ ਜਾ ਰਹੇ ਆ, ਉੱਥੇ ਕਿਉਂ ਮਿਲਦੇ ਆ। ਔਰ ਉਹਨਾਂ ਨੇ ਮੀਟਿੰਗ ਕੀਤੀ। ਮੀਟਿੰਗ ਤੋਂ ਬਾਅਦ ਇਹਨਾਂ ਦੀ ਸਲਾਹ ਤੋਂ ਬਾਅਦ ਪਤਾ ਲੱਗਾ ਕਿ ਅਮਰੀਕਾ ਮੰਨ ਚੁੱਕਿਆ ਕਿ ਵੈਪਨ ਮੇਰੇ ਹੋਣਗੇ, ਬੰਦੇ ਵੀ ਮੇਰੇ ਥੋੜ੍ਹੇ ਬਹੁਤ ਹੋਣਗੇ, ਬਾਕੀ ਤੁਹਾਡੀ ਫੌਜ ਹੋਊਗੀ। ਤੁਸੀਂ ਮੂੰਹ ਤੋੜਵਾਂ ਜਵਾਬ ਜਿਹੜਾ ਚਾਈਨਾ ਨੂੰ ਦਿੱਤਾ ਜਾਊਗਾ, ਤੁਸੀਂ ਉਹਨਾਂ ਨੂੰ ਨਹੀਂ ਨੇੜੇ ਲੱਗਣ ਦੇਣਾ, ਕਿਉਂਕਿ ਚਾਈਨਾ ਜਿਹੜਾ ਉਹਨੂੰ ਆਪਣਾ ਏਰੀਆ ਮੰਨਦਾ, ਉੱਥੇ ਕਬਜ਼ਾ ਕਰਨ ਨੂੰ ਫਿਰਦਾ ਹੈਗਾ ਕਿ ਇਹ ਸਾਰਾ ਮੇਰਾ ਤਾਇਵਾਨ ਦਾ ਏਰੀਆ। ਉਹਨਾਂ ਨੇ ਦੱਸਿਆ ਕਿ ਕੁਝ ਦੇਰ ਪਹਿਲੋਂ ਜਿਹੜਾ ਹੈਗਾ ਸੀ ਇਹ ਹਿੱਸਾ ਰਿਹਾ ਚਾਈਨਾ ਦਾ, ਪਰ ਉਹ ਇਹ ਆਪ ਬਣਾਇਆ ਇਹਨੇ ਸਾਰਾ ਕੁਝ ਹੈਗਾ। ਤਾਇਵਾਨ ਦੇ ਵਿੱਚ ਆਪਣੀ ਸਰਕਾਰ ਰਹੀ ਹੈ, ਸੋਵਰਨਟੀ ਹੈ, ਪ੍ਰਭੂ ਸੱਤਾ ਉਹਨਾਂ ਕੋਲ ਆਪਣੀ ਹੈ, ਉਹਨਾਂ ਕੋਲ ਫੌਜ ਆਪਣੀ ਰਹੀ ਹੈ, ਔਰ ਉਸੇ ਤਰ੍ਹਾਂ ਦਾ ਹੀ ਸਾਰਾ ਰਿਹਾ ਹੈ। ਜਿਸ ਤਰ੍ਹਾਂ ਬੰਗਲਾਦੇਸ਼ 1971 ਦੇ ਵਿੱਚ ਪਾਕਿਸਤਾਨ ਦੇ ਹਿੱਸੇ ਸੀਗਾ, ਪਰ ਜਦੋਂ 1971 ਦੇ ਵਿੱਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜੀ ਸੀਗੇ, ਉੱਥੇ ਰੌਲਾ ਪੈ ਗਿਆ, ਸ਼ਰਨਾਰਥੀ ਇੰਡੀਆ 'ਚ ਦੌੜ ਕੇ ਆ ਗਏ। ਜਨਰਲ ਨਿਆਜੀ ਦੀ ਕਮਾਂਡ ਦੇ ਵਿੱਚ ਸੀਗਾ ਉਹ, ਔਰ ਜਨਰਲ ਨਿਆਜੀ ਜੀ ਲੜ ਰਹੇ ਸੀ, ਇੱਧਰੋਂ ਜਗਜੀਤ ਸਿੰਘ ਜੀ ਸੀਗੇ ਸਾਡੇ ਕਮਾਂਡਰ ਜਨਰਲ। ਉਹਨਾਂ ਦੋਨਾਂ ਦੀ ਜਦੋਂ ਫੌਜ ਉੱਥੇ ਲੜੀ ਆ, ਹਮਾਇਤ ਕੀਤੀ ਆ ਇੰਡੀਆ ਨੇ, ਹਮਾਇਤ ਕੀਤੀ ਆ, ਤੇ ਹਰਿਆ ਕੌਣ? ਪਾਕਿਸਤਾਨ ਦੇ ਹਵਾਲੇ ਕੀਤੇ ਹੋ ਗਿਆ। ਇਹ ਇੰਡੀਪੈਂਡੈਂਟ ਹੋ ਗਿਆ ਬੰਗਲਾਦੇਸ਼ ਕੋ ਆਪਣੀ ਸਰਕਾਰ ਬਣ ਗਈ, ਔਰ ਨਿਆਜੀ ਨੂੰ ਹਥਿਆਰ ਸੁੱਟਣੇ ਪਏ, ਸਰੈਂਡਰ ਕਰਨਾ ਪਿਆ। ਇਹ ਵੈਸੇ ਕਲਾਸਮੇਟ ਸੀ ਦੋਵੇਂ, ਜਗਜੀਤ ਸਿੰਘ ਔਰ ਜਨਰਲ ਨਿਆਜੀ। ਇਹ ਇਤਿਹਾਸ ਦੁਬਾਰਾ ਹੁਣ ਉਸ ਨਾਜ਼ਰੀਆ ਇਹਦੇ ਵਿੱਚ ਹੋ ਰਿਹਾ ਤਾਇਵਾਨ ਵਿੱਚ ਇਸੇ ਕਰਕੇ ਹੋ ਰਿਹਾ ਕਿ ਇਹਦੀ ਹਮਾਇਤ ਫਿਰ ਅਮਰੀਕਾ ਕਰ ਰਿਹਾ, ਜਿੱਦਾਂ ਇੰਡੀਆ ਨੇ ਕੀਤੀ ਸੀ। ਔਰ ਉਹਦੇ ਤੋਂ ਚਾਈਨਾ ਨੂੰ ਬਾਹਰ ਖਦੇੜਨ ਲਈ, ਚਾਈਨਾ ਨੂੰ ਕਰ ਲਈ, ਪਰ ਚਾਈਨਾ ਨੇ ਉਹਨੂੰ ਘੇਰ ਲਿਆ ਆ ਕੇ। ਹੁਣ ਵੇਖੋ ਕੀ ਹੁੰਦਾ, ਜੇਕਰ ਉੱਥੇ ਕਿਤੇ ਬੰਬਾਰਮੈਂਟ ਹੋ ਜਾਂਦੀ ਹੈ ਤਾਂ ਮੇਰਾ ਖਿਆਲ ਹੈ ਯੂਕਰੇਨ ਤੇ ਰਸ਼ੀਆ ਤੋਂ ਜ਼ਿਆਦਾ ਗੰਭੀਰ ਲੜਾਈ ਲੱਗੂਗੀ। ਇਹ ਵਾਰ ਜਿਹੜੀ ਹੈ ਵਰਲਡ ਵਾਰ ਦੇ ਵਿੱਚ ਬਦਲ ਸਕਦੀ ਹੈ, ਕਿਉਂਕਿ ਚਾਈਨਾ ਦੇ ਹਮਾਇਤੀ ਆ ਜਾਣਗੇ, ਰਸ਼ੀਆ ਦੇ ਦੂਸਰੇ ਕੰਟਰੀ ਆ ਜਾਣਗੇ, ਅਮਰੀਕਾ ਦੇ ਹਮਾਇਤੀ ਆ ਜਾਣਗੇ, ਜਿਸ 'ਚ ਇੰਡੀਆ ਵੀ ਆ। ਫਿਰ ਸਾਰੀਆਂ ਸੁਪਰ ਪਾਵਰਾਂ ਲੜਨਗੀਆਂ ਇਕੱਠੀਆਂ, ਜਿਹੜੀਆਂ ਤਾਇਵਾਨ ਨੂੰ ਬਚਾਉਣ ਲਈ। ਇਹ ਗੱਲ ਬੜੀ ਇਸ ਵੇਲੇ ਜਿਹੜੇ ਚਿੰਤਕ ਨੇ, ਸਕਾਲਰ ਨੇ, ਜਾਂ ਜਿਹੜੇ ਆਰਮੀ ਐਕਸਪਰਟ ਆ, ਉਹਨਾਂ ਨੇ ਜਨਰਲ ਕਰਨਲ ਨੇ ਕਹਿਤਾ ਕਿ ਜੇ ਕਿਤੇ ਕੋਈ ਮਾੜੀ ਜਿਹੀ ਚੁਣੌਤੀ ਸੁੱਟੀ ਗਈ, ਰੌਲਾ ਪੈ ਗਿਆ, ਤੇ ਫਿਰ ਇਹ ਵਰਲਡ ਵਾਰ ਦਾ ਰੂਪ ਅਖਤਿਆਰ ਕਰ ਸਕਦੇ। ਔਰ ਐਲਬਰਟ ਆਇਨਸਟਾਈਨ ਨੇ ਕਿਹਾ ਸੀ ਕਿ ਜੇ ਵਰਲਡ ਵਾਰ 3 ਹੁੰਦੀ ਹੈ ਤਾਂ ਉਸ ਤੋਂ ਬਾਅਦ ਜੇ ਕਿਤੇ ਵਰਲਡ ਵਾਰ 4 ਹੋਈ ਤੇ ਉਹ ਡਾਂਗਾ ਸੋਟਿਆਂ ਨਾਲ ਹੋਏਗੀ, ਪੱਥਰਾਂ ਨਾਲ ਹੋਏਗੀ, ਕਿਉਂਕਿ ਇੰਨੀ ਤਬਾਹੀ ਹੋ ਜਾਣੀ ਹੈ। ਔਰ ਐਲਬਰਟ ਆਇਨਸਟਾਈਨ ਹਮੇਸ਼ਾ ਇਹ ਕਹਿੰਦੇ ਰਹੇ ਕਿ ਸਾਇੰਸ ਦਾ ਇਸਤੇਮਾਲ ਨਾ ਕਰੋ ਵੈਪਨਸ ਦੇ ਵਿੱਚ,
ਵਾਰ ਦੇ ਵਿੱਚ ਨਾ ਕਰੋ ਇਸਤੇਮਾਲ, ਕਿਉਂਕਿ ਇਹ ਇੰਨਾ ਵਿਨਾਸ਼ਕਾਰੀ ਹੋ ਸਕਦਾ ਕਿ ਸਭ ਕੁਝ ਅਸੀਂ ਤਬਾਹ ਕਰ ਸਕਦੇ ਹਾਂ। ਡਿਸਟਰੈਕਸ਼ਨ ਇੰਨੀ ਜ਼ਿਆਦਾ ਹੋ ਗਈ, ਬੈਠੇ ਚੱਲਣੀ ਹੈ, ਬੈਠੇ ਤੁਹਾਡਾ ਚੱਲਣੇ ਇਹ ਨਹੀਂ ਕਿ ਤੁਸੀਂ ਕਮਾਂਡ ਕਰਕੇ ਤੇ ਤੋਪਾਂ ਅੱਗੇ ਲੈ ਕੇ ਜਾਓਗੇ, ਗੱਡੀਆਂ ਚੱਲਣਗੀਆਂ। ਬਲਕਾਰ ਜੀ ਨਾਲ ਇਹ ਵੀ ਹੈ ਕਿ ਜਿਸ ਤਰ੍ਹਾਂ ਅਸੀਂ ਨੇਚਰ ਦਾ ਘਾਣ ਕੀਤਾ, ਨੈਚੁਰਲ ਰਿਸੋਰਸਿਸ ਨੂੰ ਜਿਸ ਤਰ੍ਹਾਂ ਅਸੀਂ ਧਰਤੀ ਚੋਂ ਕੱਢਿਆ ਔਰ ਜੋ ਪਰਿਆਵਰਣ ਦਾ এনवायरमेंट ਦਾ ਹਾਲ ਕੀਤਾ, ਪਤਾ ਨਹੀਂ ਇਸ ਧਰਤੀ ਦੇ ਉੱਤੇ ਹੋਰ 40 ਜਾਂ 50 ਸਾਲ ਬਚੇ ਨੇ। ਜੋ এনवायरमेंटलिस्ट ਕਹਿ ਰਹੇ ਨੇ, ਜੋ ਐਕਸਪਰਟਸ ਕਹਿ ਰਹੇ ਨੇ ਕਿ ਲਾਈਫ ਬੜੀ ਸ਼ਾਰਟ ਹੋ ਗਈ ਆ, ਤਾਂ ਕੁਝ ਕਹਿ ਨਹੀਂ ਸਕਦੇ। ਕਿ ਵੈਸੇ ਮੁਸਲਮ ਧਰਮ 'ਚ ਕਿਹਾ ਜਾਂਦਾ ਕਿ ਕਿਆਮਤ ਆ, ਜਿੱਦਾਂ ਡਿਸਟਰਕਸ਼ਨ ਆਉਣੀ ਆ, ਜਿਹਨੂੰ ਅਸੀਂ ਵਰਲਡ ਵਾਰ ਕਹਿ ਲਈਏ ਜਾਂ ਜੋ ਵੀ ਹੈਗਾ, ਕਿਆਮਤ ਆਊਗੀ। ਕਹਿੰਦੇ ਮੁਰਦੇ ਵੀ ਜਿਹੜੇ ਆ ਉਹਦੇ ਵਿੱਚੋਂ ਕਬਰਾਂ 'ਚ ਉੱਠ ਕੇ ਬਹਿ ਜਾਣਗੇ, ਜਿਹੜੇ ਉਹਦੇ 'ਚ ਇਹ ਇਹਨਾਂ ਦੇ ਧਰਮ ਦੇ ਵਿੱਚ ਆ, ਕੁਰਾਨ 'ਚ ਵੀ ਹੈਗਾ ਜਦੋਂ ਕਿਆਮਤ ਆ ਗਈ। ਔਰ ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਜੇ ਡਿਸਟਰਕਸ਼ਨ ਹੁੰਦੀ ਹੈ, ਪਰ ਇਹ ਬਣਦਾ ਜਾ ਰਿਹਾ ਮਾਹੌਲ ਉਸੇ ਤਰੀਕੇ ਨਾਲ। ਜਿੱਦਾਂ ਤੁਸੀਂ ਕਿਹਾ ਜੇ ਵਰਲਡ ਵਾਰ 3 ਲੱਗ ਜਾਂਦੀ ਹੈ ਤਾਂ ਪੂਰਾ ਵਿਨਾਸ਼ ਹੋ ਜਾਊਗਾ। ਵਿਨਾਸ਼ ਤਾਂ ਹੋਣਾ ਹੀ ਹੈ, ਐਟਮ ਤਾਂ ਹਰ ਕੰਟਰੀ ਕੋਲ ਪਏ ਆ। ਮਤਲਬ ਮੈਨੂੰ ਇਸ ਗੱਲ ਦੇ ਉੱਤੇ ਥੋੜਾ ਹਾਸਾ ਤਾਂ ਆ ਗਿਆ ਕਿ ਮੁਰਦਿਆਂ ਨੂੰ ਵੀ ਅਸੀਂ ਚੈਨ ਨਹੀਂ ਲੈਣ ਦੇਣਾ, ਉਹਨਾਂ ਨੇ ਵੀ ਕਬਰਾਂ ਤੋਂ ਉੱਠ ਕੇ ਬਹਿ ਜਾਣਾ ਔਰ ਸਾਨੂੰ ਲਾਨਤਾਂ ਹੀ ਪਾਉਣਗੇ ਕਿ ਤੁਸੀਂ ਸਾਨੂੰ ਮਰਨ ਤੋਂ ਬਾਅਦ ਵੀ ਆਰਾਮ ਨਾਲ ਨਹੀਂ ਰਹਿਣ ਦਿੰਦੇ, ਆ ਤੁਸੀਂ ਆ ਕੀ ਹਾਲ ਕਰਕੇ ਰੱਖ ਦਿੱਤਾ। ਚਲੋ ਦੇਖੋ ਆਉਣ ਵਾਲਾ ਵਕਤ ਕੀ ਕਹਿੰਦਾ। ਸੋ ਅੱਗੇ ਚੱਲੀਏ ਆਪਾਂ, ਆਉਣ ਵਾਲਾ ਵਕਤ ਹੁਣ ਇੰਡੀਆ ਵਾਸਤੇ ਕੀ ਕਹਿੰਦਾ। ਇੰਡੀਆ ਗੱਠਜੋੜ ਦੀ ਬੈਠਕ ਹੋਈ ਹੈ ਮੁੰਬਈ ਦੇ ਵਿੱਚ, ਹੋਣੀ ਹੈ ਹੁਣ, ਤੇ 27 ਪਾਰਟੀਆਂ ਨੇ ਉੱਥੇ ਸ਼ਾਮਿਲ ਹੋਣਾ ਹੈ ਔਰ ਟੀਮ ਇੰਡੀਆ ਖੇਡਣ ਜਾ ਰਹੀ ਹੈ 2024 ਦੀਆਂ ਇਲੈਕਸ਼ਨਸ ਦੇ। ਉਧਰੋਂ ਟੀਮ NDA ਮੋਦੀ ਸਾਹਿਬ ਆਪਣੀ ਪੂਰੀ ਵਾਹ ਲਾ ਰਹੇ ਨੇ ਕਿ 2024 ਦੀਆਂ ਇਲੈਕਸ਼ਨ ਜਿੱਤਣ। ਹਾਲਾਂਕਿ ਉਹਨਾਂ ਨੇ 15 ਅਗਸਤ ਦੇ ਆਪਣੇ ਭਾਸ਼ਣ ਦੇ ਵਿੱਚ ਜੋ ਲਾਲ ਕਿਲੇ ਤੋਂ ਦਿੱਤਾ, ਉਹਦੇ ਵਿੱਚ ਵੀ ਉਹਨਾਂ ਨੇ ਜ਼ਿਕਰ ਕੀਤਾ ਕਿ ਅਗਲੇ ਸਾਲ ਮੈਂ ਤੀਜਾ ਭਾਸ਼ਣ ਮੇਰਾ ਫਿਰ ਇੱਥੇ ਹੋਊਗਾ। ਉਹਨਾਂ ਕਿਹਾ ਇਸੇ ਫਸੀਲ ਤੋਂ ਕਿਹਾ ਲਾਲ ਕਿਲੇ ਤੇ ਮੈਂ ਆਊਂਗਾ ਇੱਥੇ, ਤੇ ਉਹਨਾਂ ਨੂੰ ਮੇਰਾ ਖਿਆਲ ਹੈ ਕਿ ਪੂਰੇ ਦਾ ਪੂਰਾ ਭਰੋਸਾ ਹੈ ਆਪਣੇ ਆਪ ਤੇ ਔਰ ਕੌਨਫੀਡੈਂਸ ਨਾਲ ਕਹਿ ਦਿੱਤਾ ਉਹਨਾਂ ਨੇ ਕਿ ਮੈਂ ਦੁਬਾਰਾ ਇੱਥੇ ਜਗ੍ਹਾ ਤੇ ਭਾਸ਼ਣ ਦਊਂਗਾ ਆ ਕੇ 15 ਅਗਸਤ ਨੂੰ। ਔਰ ਜਿੰਨੇ ਭਾਸ਼ਣ ਅੱਗੇ ਮੈਂ ਦੇ ਚੁੱਕਾ, ਹੁਣ ਮੇਰਾ ਇਹ ਲਾਸਟ ਭਾਸ਼ਣ ਨਹੀਂ ਨਾ ਕਿਹਾ, ਮੇਰਾ ਅਗਲਾ ਜਿਹੜਾ ਭਾਸ਼ਣ ਹੈਗਾ ਵੁੱਡ ਬੀ ਪ੍ਰਾਈਮ ਮਿਨਿਸਟਰ ਆਫ ਇੰਡੀਆ। ਮੈਂ ਇੱਥੇ ਆ ਕੇ ਫਿਰ ਇਸੇ ਫਸੀਲ ਤੇ ਖਲੋ ਕੇ ਭਾਸ਼ਣ ਦਊਂਗਾ। ਔਰ ਜਿਹੜੀ ਹੁਣ ਤੁਸੀਂ ਗੱਲ ਕੀਤੀ ਹੈ ਮੀਟਿੰਗ ਦੀ, ਇੰਡੀਆ ਵੱਲੋਂ ਇੰਡੀਆ ਟੀਮ ਕਹਿ ਸਕਦੇ ਹਾਂ, ਟੀਮ ਹੀ ਹੋ ਗਈ ਜਿਹੜੀ ਪੋਲੀਟੀਕਲ ਪਾਰਟੀ ਬਣ ਗਈ ਯੂਨਾਈਟਿਡ। ਉਹਦਾ ਐਲਾਨਨਾਮਾ ਹੈਗਾ ਕਿ ਉਹਨਾਂ ਨੇ 31 ਅਗਸਤ ਤੇ 1 ਸਤੰਬਰ ਨੂੰ 2 ਦਿਨ ਦਾ ਉੱਥੇ ਬਹੁਤ ਵੱਡੀ ਉਹਨਾਂ ਦੀ ਮੀਟਿੰਗ ਆ ਮੁੰਬਈ 'ਚ। ਉਹਦੇ ਵਿੱਚ ਮੇਜ਼ਬਾਨੀ ਜਾਂ ਉਹਨਾਂ ਨੂੰ ਵੈਲਕਮ ਕਰਨ ਲਈ ਉਧਵ ਠਾਕਰ ਔਰ ਸ਼ਿਵ ਸੈਨਾ ਦੀ ਜਿਹੜੀ ਪਾਰਟੀ ਹੈ ਉਹਨਾਂ ਵੱਲੋਂ ਹੋ ਰਿਹਾ। ਔਰ ਉਹਦੇ ਵਿੱਚ ਫਿਲਮੀ ਅਦਾਕਾਰ ਵੀ ਪਹੁੰਚਣਗੇ, ਬਹੁਤ ਕੁਝ ਜਿਹੜੇ ਉਹਨਾਂ ਨੂੰ ਹਮਾਇਤ ਦੇ ਵਿੱਚ ਆਉਣਗੇ ਪਾਰਟੀਆਂ। ਔਰ ਰਾਹੁਲ ਗਾਂਧੀ ਜੀ ਉਹਦੇ 'ਚ ਮੁੱਖ ਨੇਤਾ ਦੇ ਵਜੋਂ ਸ਼ਾਮਲ ਹੋਣਗੇ। ਔਰ ਉਹਦੇ ਵਿੱਚ ਇਹ ਵੀ ਕਿਹਾ ਕਿ ਕਨਵੀਨਰ ਦੀ ਵੀ ਚੋਣ ਹੋਏਗੀ ਐਤਕੀ। ਔਰ ਆਉਣ ਵਾਲਾ ਵੁੱਡ ਵੀ ਪ੍ਰਾਈਮ ਮਿਨਿਸਟਰ ਜਿਹੜਾ, ਉਹਦੇ ਬਾਰੇ ਵੀ ਗੱਲਬਾਤ ਹੋਊਗੀ। ਉਹਨਾਂ ਨੇ ਕਿਹਾ ਕਿ ਹੁਣ ਜਿਹੜਾ ਹੈਗਾ ਕਿ ਜੇ ਅਸੀਂ ਇਲੈਕਸ਼ਨ ਕੰਪੇਨ ਸ਼ੁਰੂ ਕੀਤੀ, ਜਦੋਂ ਅਸੀਂ ਯੂਨਾਈਟ ਹੋ ਕੇ ਲੋਕਾਂ ਤੱਕ ਪਹੁੰਚੇ, ਡੋਰ ਟੂ ਡੋਰ, ਤੇ ਲੋਕ ਪੁੱਛਣਗੇ ਕਿ ਤੁਹਾਡਾ ਅਗਲਾ ਪ੍ਰਧਾਨ ਮੰਤਰੀ ਕੌਣ ਹੈਗਾ। ਉਸ ਜਵਾਬ ਨੂੰ ਫਾਈਨਲ ਕਰਨ ਲਈ, ਲੋਕਾਂ ਨੂੰ ਉੱਤਰਦਾਈ ਹੋਣ ਲਈ ਇਹਨਾਂ ਨੇ ਐਤਕੀ ਫੈਸਲਾ ਕਰ ਲਿਆ ਕਿ ਇਹ ਵੀ ਪੂਰੇ ਦਾ ਪੂਰਾ ਫੈਸਲਾ ਕਰ ਲਿਆ ਜਾਊਗਾ। ਇਹ ਐਤਕਾਂ ਦੀ ਮੀਟਿੰਗ ਜਿਹੜੀ ਬਿਲਕੁਲ ਫੈਸਲਾ ਕੁਨ ਮੀਟਿੰਗ ਹੈਗੀ ਹੈ। ਇਹਦੇ ਵਿੱਚ ਇਹਨਾਂ ਨੇ ਕਹਿਤਾ ਕਿ ਜਿਹੜਾ ਵੀ ਖਾਣ ਪੀਣ ਦਾ ਖਰਚਾ ਸਾਰਾ ਕੁਝ ਹੈ ਇਹ ਸ਼ਿਵ ਸੈਨਾ ਔਰ ਉੱਥੋਂ ਦੇ ਜਿਹੜੇ ਨੇਤਾ ਨੇ ਉਹ ਕਰ ਰਹੇ ਆ, ਸਾਰੇ ਅਧਿਕਾਰੀ। ਔਰ ਉਹਨਾਂ ਨੂੰ ਬੜੀ ਵਧੀਆ ਜਗ੍ਹਾ 'ਤੇ ਬਿਠਾਇਆ ਵੀ ਜਾਊਗਾ। ਔਰ ਉੱਥੋਂ ਦੇ ਜਿਹੜੇ ਬਾਕੀ ਮੰਤਰੀ ਨੇ ਉਹਨਾਂ ਨੇ ਸਲਾਹ ਮਸ਼ਵਰਾ ਕਰ ਲਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਜਿਹੜੀ ਆ ਇਹ ਬੰਬੇ ਫਿਲਮ ਸਿਟੀ ਹੈ ਔਰ ਇਹਦੇ ਵਿੱਚ ਭੀੜ ਭੜੱਕਾ ਜ਼ਿਆਦਾ, ਆਉਣ ਜਾਣ ਵੀ ਹੈਗਾ, ਉਹਨਾਂ ਨੂੰ ਲਿਆਉਣ ਲਈ, ਬਿਠਾਉਣ ਲਈ, ਕਰਨ ਲਈ ਕਮੇਟੀਆਂ ਬਣਾਤੀਆਂ ਵੀ ਕਿੱਥੇ ਕਿੱਥੇ ਬਹਿਣਗੇ, ਕਿੱਥੇ ਆਉਣਗੇ। ਔਰ 27 ਪਾਰਟੀਆਂ ਥੋੜ੍ਹੀਆਂ ਨਹੀਂ ਹੁੰਦੀਆਂ, ਸਾਰੀਆਂ ਯੂਨਾਈਟ ਹੋ ਕੇ ਉੱਥੇ ਪਹੁੰਚ ਰਹੀਆਂ। ਔਰ ਇਹ ਬਹੁਤ ਵੱਡੀ ਗੱਲ ਹੈਗੀ ਆ। ਔਰ ਇਹਦੀ ਭਿਣਕ ਜਿਹੜੀ ਹੈਗੀ ਹੈ ਪਹਿਲੋਂ ਪੈ ਗਈ ਸੀ NDA ਦੇ ਕੰਨਾਂ ਵਿੱਚ। ਉਹਨਾਂ ਨੇ ਕਹਿਤਾ ਸੀ ਕਿ ਜੇ ਯੂਨਾਈਟਲੀ ਉਹਨਾਂ ਨੇ ਬਹਿ ਕੇ ਇੱਥੇ ਮਤਾ ਪਕਾ ਲਿਆ, ਜੇ ਉਹਨਾਂ ਨੇ ਸਮਝ ਕਰ ਲਈ ਕਿ ਕਿਹੜਾ ਅਗਲਾ ਸਾਡਾ ਪ੍ਰਧਾਨ ਮੰਤਰੀ ਹੋਊਗਾ ਦੇਸ਼ ਲਈ। ਔਰ ਇਹਦੇ ਤੇ ਬਾਅਦ ਇਹ ਮੋਦੀ ਸਾਹਿਬ ਦੀ ਜਿਹੜੀ ਪਾਰਟੀ ਆ ਉਹਦੇ ਵਿੱਚ ਥੋੜ੍ਹਾ ਬਹੁਤ ਲੋਕਾਂ ਲਈ ਫਿੱਕਾਪਨ ਸ਼ੁਰੂ ਹੋ ਸਕਦਾ। ਔਰ ਉਹਦੇ ਲਈ ਵੀ ਇਹਨਾਂ ਨੇ ਪਾਰਟੀ ਜਿਹੜੀ ਮੀਟਿੰਗ ਕੀਤੀ ਆ NDA ਨੇ ਵੀ ਦਿੱਲੀ ਵਿੱਚ, ਉਹਦੇ ਵਿੱਚ ਇਹਨਾਂ ਨੇ ਦਿੱਲੀ ਵਿੱਚ ਬਣਾ ਕੇ ਕਾਰਜਕਾਰਨੀ ਕਮੇਟੀ ਬਣਾ ਕੇ ਉਹਦੇ ਵਿੱਚ ਇਹਨਾਂ ਨੇ ਸਾਰੀਆਂ ਪਾਰਟੀਆਂ ਨੂੰ ਵੰਡ ਦਿੱਤਾ ਕਿ ਕਿਹੜੇ ਕਿਹੜੇ ਖੇਤਰ 'ਚ ਕਿਹੜੀ ਕਿਹੜੀ ਪਾਰਟੀ ਜਾਊਗੀ ਔਰ ਕਿੱਥੇ ਕੰਪਲੇਨ ਜਿਹੜੀ ਹੈਗੀ ਆ ਮੁਹਿੰਮ ਕਰੇਗੀ ਇਲੈਕਸ਼ਨ ਦੀ। ਔਰ ਮੇਰਾ ਖਿਆਲ ਹੈ ਕਿ ਜਦੋਂ ਹੁਣ ਬੰਬੇ ਦੇ ਵਿੱਚ ਇਹਨਾਂ ਕਨਕਲੂਡ ਕਰ ਦੇਣਾ, ਲੋਕਾਂ ਦੀਆਂ ਸਾਰੀਆਂ ਨਜ਼ਰਾਂ ਉੱਥੇ ਹੀ ਆ ਕਿ ਆਉਣ ਵਾਲਾ ਸਮਾਂ ਜਿਹੜਾ ਹੁਣ ਹਫ਼ਤਾ ਰਹਿ ਗਿਆ, ਅੱਜ ਜਿਹੜੀ ਹੈਗੀ ਆ ਹੁਣ 2-3 ਦਿਨ ਤੋਂ ਬਾਅਦ ਛੇਤੀ ਤਿਆਰੀਆਂ ਹੋ ਰਹੀਆਂ। ਅਤੇ ਬੰਬੇ ਦੇ ਵਿੱਚ ਪੂਰੀ ਇਸ ਵੇਲੇ ਜਿਹੜੀ ਹੈਗੀ ਆ ਤਿਆਰੀ ਹਮਾ ਆ ਕੇ ਹੈਗੀ ਆ। ਲੋਕ ਉੱਥੇ ਪਹੁੰਚ ਗਏ ਨੇ, ਦਰਸ਼ਕ ਵੀ ਆ ਰਹੇ ਨੇ ਕਿਉਂਕਿ ਪਾਰਟੀਆਂ ਇਕੱਠੀਆਂ ਹੋ ਗਈਆਂ।
ਤਾਂ ਲੋਕਾਂ ਨੂੰ ਇਹ ਪਤਾ ਹੈਗਾ ਕਿ ਉਹਨਾਂ ਨੇ ਕਿਹਾ ਹੈਗਾ ਜੇ ਲੋਕ ਪ੍ਰਤੀਕਿਰਿਆ ਦੇਣਗੇ ਮਹਾਰਾਸ਼ਟਰ ਦੇ ਇਹਦੇ ਵਿੱਚ ਇਹਦਾ ਮਤਲਬ ਹੈਗਾ ਹਿੰਦੁਸਤਾਨ ਵਿੱਚ ਪੂਰਾ ਲੋਕਾਂ ਦਾ ਜਮਘਾਟਾ ਸਾਡੇ ਨਾਲ ਰਹੂਗਾ। ਬੰਬਈ ਦੇ ਵਿੱਚ ਮੀਟਿੰਗ ਕਰਨਾ ਕੋਈ ਖਾਲਾ ਜੀ ਦਾ ਬਾੜਾ ਨਹੀਂ, ਕਿਉਂਕਿ ਉੱਥੇ ਭੱਜ ਦੌੜ ਬਹੁਤ ਆ ਲੋਕਾਂ ਨੂੰ, ਮਕੈਨੀਕਲ ਲਾਈਫ ਆ ਲੋਕਾਂ 'ਚ, ਲੋਕ ਰੁਕਦੇ ਨਹੀਂਗੇ, ਪਰ ਲੋਕ ਹੁਮਮ ਆ ਕੇ ਆਉਣਗੇ ਔਰ ਇਹਨਾਂ ਨੂੰ ਵੇਖਣਗੇ। ਵੇਖੋ ਕੀ ਹੁੰਦਾ ਕਿ ਇਹਨਾਂ ਦੀ ਪਾਰਟੀ ਕੀ ਕਾਮਯਾਬੀ ਹਾਸਲ ਕਰਦੀ ਉੱਥੇ। ਬਿਲਕੁਲ। ਔਰ ਸਭ ਤੋਂ ਜ਼ਿਆਦਾ ਇਹ ਹੈ ਕਿ ਭਾਰਤ ਦੇ ਲੋਕ ਜੋ ਬਦਲਾਅ ਚਾਹੁੰਦੇ ਨੇ, ਭਾਰਤ ਦੇ ਲੋਕ ਜੋ ਮਤਲਬ ਅੱਕੇ ਵੀ ਪਏ ਨੇ, ਥੱਕੇ ਵੀ ਪਏ ਨੇ, ਬੇਰੁਜ਼ਗਾਰੀ, ਗਰੀਬੀ, ਮਤਲਬ ਕਿਹੜੀ ਉਹ ਪ੍ਰੋਬਲਮ ਹੈ ਜਿਹੜੀ ਭਾਰਤ ਦੇ ਵਿੱਚ ਨਹੀਂ ਹੈ, ਤਾਂ ਉਸ ਤੋਂ ਨਿਜਾਤ ਚਾਹੁੰਦੇ ਨੇ, ਛੁਟਕਾਰਾ ਚਾਹੁੰਦੇ ਨੇ। ਇੱਕ ਸੁਖਾਵੀਂ ਲਾਈਫ ਦਾ ਹਰੇਕ ਨੂੰ ਸੁਪਨਾ ਹੁੰਦਾ ਹੈ। ਕੁਝ ਲੋਕ ਨਿਰਾਸ਼ ਨੇ, ਯਾਰ ਕੁਝ ਨਹੀਂ ਹੋ ਸਕਦਾ, ਐਵੇਂ ਗੱਲਾਂ ਨੇ, ਇਹ ਇਦਾਂ ਹੀ ਚੱਲਦੇ ਰਹਿਣਾ। ਕੁਝ ਲੋਕ ਇਦਾਂ ਵੀ ਕਹਿੰਦੇ ਨੇ, ਕੁਝ ਲੋਕ ਕਹਿੰਦੇ ਨੇ ਕਿ ਰੱਬ ਸਭ ਦੀ ਸੁਣਦਾ ਤੇ ਸਾਡੀ ਵੀ ਸੁਣਨੀ ਹੈ, ਨਵੀਂ ਚੀਜ਼ ਆਏਗੀ, ਨਵਾਂ ਬਦਲਾਅ ਆਏਗਾ ਤੇ ਨਵਾਂ ਚੀਜ਼ਾਂ ਹੋਣਗੀਆਂ, ਨਵੀਆਂ ਗੱਲਾਂ ਹੋਣਗੀਆਂ। ਸੋ ਇਹ ਸਭ ਚੀਜ਼ਾਂ ਨੇ। ਕੋਈ ਕਿਸੇ ਨੂੰ ਆਪਣਾ ਨੇਤਾ ਬਣਦਾ ਹੈ, ਕੋਈ ਕਿਸੇ ਨੂੰ ਆਪਣਾ ਨੇਤਾ ਮੰਨਦਾ। ਹੁਣ ਕੌਣ ਕਿਹਦਾ ਨੇਤਾ ਬਣੇਗਾ ਇਹ ਤੇ ਹੁਣ 2024 ਦੇ ਵਿੱਚ ਜੋ ਵਰਡਿਕਟ ਆਉਣੀ ਹੈ ਪਬਲਿਕ ਦੀ, ਉੱਥੋਂ ਪਤਾ ਲੱਗੇਗਾ। ਰਾਹੁਲ ਗਾਂਧੀ ਦੀ ਵੀ ਤਾਰੀਫ ਹੁੰਦੀ ਹੈ, ਮੋਦੀ ਸਾਹਿਬ ਦੀ ਵੀ ਕਈ ਲੋਕ ਤਾਰੀਫ ਕਰਦੇ ਨੇ, ਔਰ ਕਈ ਲੋਕ ਕਿਸੇ ਹੋਰ ਲੀਡਰ ਦੀ ਵੀ ਤਾਰੀਫ ਕਰਦੇ ਨੇ। ਸੋ ਸਭ ਦੀ ਤਾਰੀਫ ਵੀ ਹੁੰਦੀ ਹੈ ਔਰ ਨਿੰਦਾ ਵੀ ਸਭ ਦੀ ਹੁੰਦੀ ਪਈ ਹੈ। ਮੇਨ ਕੀ ਨਿਕਲਣਾ ਨਤੀਜਾ ਇਹ ਤਾਂ ਬਾਅਦ ਵਿੱਚ ਪਤਾ ਲੱਗੇਗਾ। ਇਹ ਤਾਂ ਹੁਣ ਇਸ ਵਕਤ ਤਾਂ ਸਾਰੀਆਂ ਪਾਰਟੀਆਂ ਆਪਣੀ ਪੂਰੀ ਵਾਹ ਲਾਉਂਦੀਆਂ ਪਈਆਂ ਨੇ 2024 ਦੀਆਂ ਇਲੈਕਸ਼ਨਸ ਨੂੰ ਪ੍ਰਭਾਵਿਤ ਕਰਨ ਵਾਸਤੇ। ਸੋ ਇੱਧਰ ਪੰਜਾਬ ਦੇ ਅੰਦਰ ਇੱਕ ਨਵੀਂ ਗੱਲ ਹੋ ਗਈ। ਰਾਜਪਾਲ ਸਾਹਿਬ ਨੇ ਹੁਣ ਇੱਕ ਚਿੱਠੀ ਲਿਖੀ ਹੈ, ਖਤ ਲਿਖਿਆ ਹੈ ਤੇ ਉਹਦੇ ਵਿੱਚ ਚੇਤਾਵਨੀ ਦਿੱਤੀ ਹੈ ਪੰਜਾਬ ਦੇ CM ਭਗਵੰਤ ਮਾਨ ਜੀ ਨੂੰ ਕਿ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਵੀ ਲਾਗੂ ਹੋ ਸਕਦਾ ਹੈ। ਹੁਣ ਦੱਸੋ ਗੱਲ ਇੱਥੇ ਤੱਕ ਪਹੁੰਚ ਗਈ ਹੈ। ਇਹ ਪਤਾ, ਇਹ ਜਿਹੜੀ ਟਕਰਾਅ ਸੀਗਾ ਜਾਂ ਇਹਨਾਂ ਦੇ ਵਿੱਚ ਜਿਹੜੀ ਛੋਟੀ ਛੋਟੀ ਲੜਾਈ ਨੁਕਤਾਚੀਨੀ ਬੜੀ ਦੇਰ ਤੋਂ ਚੱਲ ਰਹੀ ਸੀ, ਔਰ ਇਹ ਗੱਲ ਕਰਦਿਆਂ ਕਰਦਿਆਂ ਧੁਖਦੀ ਭਾਂਬੜ ਦਾ ਰੂਪ ਧਾਰਨ ਕਰ ਗਈ ਹੈ। ਔਰ ਕੱਲ੍ਹ ਹੀ ਜਿਹੜੇ ਗਵਰਨਰ ਸਾਹਿਬ ਨੇ ਉਹਨਾਂ ਨੇ ਐਲਾਨ ਕਰ ਦਿੱਤਾ ਸੀਗਾ ਕਿ ਧਾਰਾ 356 ਅਧੀਨ, ਕਿਉਂਕਿ ਕਨਸਟੀਟਿਊਸ਼ਨ ਦੇ ਹੈੱਡ ਪੰਜਾਬ 'ਚ ਉਹੀ ਨੇ ਇੱਥੇ, ਉਹ ਐਲਾਨ ਕਰ ਸਕਦੇ ਆ। ਔਰ ਉਹਨਾਂ ਨੇ ਕਹਿਤਾ ਕਿ ਇਹਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੋ ਸਕਦਾ ਕਿ ਰਾਸ਼ਟਰਪਤੀ ਰਾਜ ਲਾਗੂ ਹੋ ਸਕਦਾ। ਉਹਨਾਂ ਨੇ ਪਹਿਲਾਂ ਵੀ ਕਿਹਾ ਸੀ, ਸੰਕੇਤ ਦਿੱਤਾ ਸੀ ਕਿ ਮੈਂ ਸਾਰੀ ਸ਼ਿਕਾਇਤ ਜਿਹੜੀ ਹੈ ਰਾਸ਼ਟਰਪਤੀ ਔਰ ਪ੍ਰਧਾਨ ਮੰਤਰੀ ਤੱਕ ਪਹੁੰਚਾ ਦੂੰਗਾ, ਕਿ ਮੇਰੀਆਂ 15 ਚਿੱਠੀਆਂ ਜਿਹੜੀਆਂ ਪਹੁੰਚੀਆਂ ਨੇ ਉਹਨਾਂ ਦਾ ਇੱਕ ਦਾ ਵੀ ਜਵਾਬ ਨਹੀਂ ਇਹਨਾਂ ਨੇ ਦਿੱਤਾ। ਔਰ ਜਦੋਂ ਦੂਸਰੇ ਪਾਸੇ ਜਵਾਬ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਕਹਿਤਾ ਕਿ ਇਹਦੇ ਵਿੱਚੋਂ 9 ਚਿੱਠੀਆਂ ਦੇ ਮੈਂ ਜਵਾਬ ਦੇ ਚੁੱਕਾ ਹਾਂ, ਬਾਕੀ ਜਿਹੜੀ ਬਚਦੀਆਂ ਚਿੱਠੀਆਂ ਉਹਦੇ ਜਵਾਬ ਤਿਆਰ ਨੇ, ਮੈਂ ਦੇ ਦੂੰਗਾ, ਉਹ ਕੋਈ ਇੱਦਾਂ ਦੀ ਗੱਲ ਨਹੀਂ। ਪਰ ਉਹਨਾਂ ਕਹਿਤਾ ਕਿ ਮੈਂ ਇਹਨਾਂ ਦੇ ਅੱਗੇ ਨਹੀਂ ਚੁੱਕੂੰਗਾ, ਮੈਂ ਚੁੱਕੂੰਗਾ ਤੇ ਲੋਕਾਂ ਦੇ ਅੱਗੇ ਚੁੱਕੂੰਗਾ। ਜਿਹੜਾ 3.5 ਕਰੋੜ ਲੋਕਾਂ ਨੇ ਮੈਨੂੰ ਆਪਣਾ ਵੋਟ ਕਾਸਟ ਕਰਕੇ ਮੁੱਖ ਮੰਤਰੀ ਬਣਾਇਆ, ਮੈਂ ਉਹਨਾਂ ਨੂੰ ਜਵਾਬ ਦਿਆਂ, ਮੈਂ ਇਹਦੇ ਲਈ ਕੋਈ ਉੱਤਰ ਨਹੀਂ ਦੇ ਸਕਦਾ। ਔਰ ਜੇ ਇਹਨਾਂ ਨੂੰ ਸੱਤਾ ਦੀ ਭੁੱਖ ਹੈ ਤੇ ਜਾ ਕੇ ਰਾਜਸਥਾਨ ਨੂੰ ਬਿਲੋਂਗ ਕਰਦੇ, ਉੱਥੇ ਜਾ ਕੇ ਮੁੱਖ ਮੰਤਰੀ ਬਣ ਜਾਣ ਜਾਂ ਜੋ ਬਣਨਾ ਉੱਥੋਂ ਬਣ ਸਕਦੇ ਆ। ਔਰ ਇਸ ਰਾਜ ਵਿੱਚ ਇੱਥੇ ਗਵਰਨਰ ਦੇ ਤੌਰ ਤੇ ਰਹਿ ਸਕਦੇ ਆ। ਇਹਦੇ ਵਿੱਚ ਹੋਰ ਕੋਈ ਇਹਦੀ ਜਿਹੜੀ ਹੈਗੀ ਆ ਬਦਲਾਵ ਨਹੀਂ ਹੈ। ਔਰ ਇਹਦੇ ਵਿੱਚ ਜਿਹੜੀਆਂ ਸਾਡੀਆਂ ਰਾਜਨੀਤਿਕ ਪਾਰਟੀਆਂ ਨੇ ਉਹ ਅਜੇ ਚੁੱਪ ਨੇ, ਉਹਨਾਂ ਨੇ ਕੋਈ ਇਸ 'ਤੇ ਨੁਕਤਾਚੀਨੀ ਨਹੀਂ ਕੀਤੀ। ਪਰ ਇਹ ਜਿਹੜਾ ਟਕਰਾਅ ਆ ਬੜੀ ਦੇਰ ਦਾ ਚੱਲਦਾ ਆ ਰਿਹਾ ਸੀਗਾ, ਔਰ ਇਸ ਟਕਰਾਅ ਦੇ ਵਿੱਚ ਜਿਹੜਾ ਹੈਗਾ ਹੁਣ ਉਹ ਜਦੋਂ ਭਵਾਕਾ ਬਣਿਆ ਵਾ। ਔਰ ਇਹਨਾਂ ਨੇ ਕਹਿਤਾ ਕਿ ਜਾਂ ਤਾਂ ਮੈਂ ਐਮਰਜੈਂਸੀ ਇੱਥੇ ਡਿਕਲੇਅਰ ਕਰਵਾ ਦੂੰ ਜਾਂ ਰਾਸ਼ਟਰਪਤੀ ਰਾਜ ਲਾਗੂ ਹੋ ਜਾਊਗਾ, ਕਿਉਂਕਿ ਉਹ ਜਿਹੜੇ ਮੁੱਖ ਮੰਤਰੀ ਨੇ ਭਗਵੰਤ ਮਾਨ, ਉਹਨਾਂ ਨੇ ਕਹਿਤਾ ਕਿ ਮੇਰੇ ਬਿੱਲ ਵੀ ਇਹਨਾਂ ਕੋਲ ਪਏ ਆ, ਮੇਰੀਆਂ ਫਾਈਲਾਂ ਅਜੇ ਤੱਕ ਸਾਰੀਆਂ ਪੈਂਡਿੰਗ ਪਈਆਂ, ਇਹਨਾਂ ਵੀ ਕੋਈ ਸਾਈਨ ਨਹੀਂ ਕੀਤੇ। ਇਸ ਕਰਕੇ ਆ ਕਿ ਇਹਨਾਂ ਦਾ ਸਾਡੇ ਨਾਲ ਕੋਈ ਵੀ ਜਿਹੜਾ ਹੈਗਾ ਲਗਾ ਨਹੀਂ ਹੈਗਾ, ਔਰ ਇਹਦੇ ਵਿੱਚ ਕੋਆਰਡੀਨੇਸ਼ਨ ਨਹੀਂ ਆਂਦੇ, ਕੋਈ ਤਾਲਮੇਲ ਸਾਡਾ ਹੈ ਨਹੀਂ ਇਹਦੇ ਨਾਲ। ਮਤਲਬ ਇਹ ਬਹੁਤ ਜ਼ਿਆਦਾ ਨਹੀਂ ਹੋ ਰਿਹਾ, ਜ਼ਿਆਦਾ ਹੋ ਗਿਆ। ਹੁਣ ਸਿਰ ਤੋਂ ਪਾਣੀ ਜਿਹਨੂੰ ਕਹਿੰਦੇ ਉਹ ਲੰਘ ਗਿਆ। ਹੁਣ ਪਬਲਿਕ ਨੂੰ ਖੜੇ ਹੋ ਕੇ ਗੱਲ ਨਹੀਂ ਕਰਨੀ ਚਾਹੀਦੀ। ਸਹੀ ਗੱਲ ਕਿ ਬਸ ਕਰੋ, ਬਹੁਤ ਹੋ ਗਿਆ। ਹਾਂ, ਅਸੀਂ ਕੀ ਵਿਗਾੜਿਆ ਤੁਹਾਡਾ? ਤੁਹਾਡੇ 2 ਜਣਿਆਂ ਦੀ ਲੜਾਈ ਦੇ ਵਿੱਚ ਪੂਰੀ ਸਟੇਟ ਭੁਗਤਦੀ ਪਈ ਹੈ। ਕਾਰਨ ਜੇ ਤੁਸੀਂ ਰਾਸ਼ਟਰਪਤੀ ਰਾਜ ਲਾਗੂ ਕਰਦੇ ਹੋ ਤਾਂ ਮੁੜ ਤੋਂ ਫਿਰ ਤੋਂ ਇਲੈਕਸ਼ਨ। ਸਹੀ ਗੱਲ। ਅੱਗੇ ਕਰਜ਼ੇ ਥੱਲੇ ਡੁੱਬੇ ਪਏ ਆ ਪੰਜਾਬ ਸਟੇਟ, ਤੇ ਹੋਰ ਪੈਸਾ ਕਿੱਥੋਂ ਆਊਗਾ ਇਲੈਕਸ਼ਨਸ ਵਾਸਤੇ? ਅੱਛਾ, ਗੱਲ ਤੁਸੀਂ ਬੜੀ ਵਧੀਆ ਕੀਤੀ ਵੀ ਜੇ ਲੋਕ ਪਬਲਿਕ ਹੋਣਗੇ ਜਿਨ੍ਹਾਂ ਨੇ ਇਹਨਾਂ ਨੂੰ ਚੁਣ ਕੇ ਭੇਜਿਆ, ਤਾਕਤ ਤਾਂ ਲੋਕਾਂ ਕੋਲ ਹੈਗੀ ਆ, ਜਿਹਦੇ ਵਿੱਚ ਸਾਡੇ ਕਿਸਾਨ ਜਿਹੜੇ ਇੱਥੋਂ ਪੰਜਾਬ ਦੇ, ਇਹਨਾਂ ਕੋਲ ਬੜੀ ਵੱਡੀ ਪਾਵਰ ਹੈਗੀ। ਜੇ ਇਹਨਾਂ ਨੇ ਕੇਂਦਰ ਨੂੰ ਝੁਕਾ ਦਿੱਤਾ ਸੀਗਾ, ਆਪਣੇ ਸਾਰੇ ਬਿੱਲ ਪਾਸ ਕਰਵਾ ਲਏ ਸੀਗੇ, ਉਦੋਂ ਬਾਅਦ ਕੈਂਸਲ ਕਰਵਾ ਲਏ ਸੀਗੇ, ਔਰ ਉਸ ਤੋਂ ਬਾਅਦ ਜੇ ਕਿਸਾਨ ਇਸ ਪਾਸੇ ਥੋੜ੍ਹਾ ਜਿਹਾ ਮੂੰਹ ਮੋੜਨ, ਇਸ ਹਵਾ ਵਿੱਚ ਰਲਣ, ਤੇ ਮੇਰਾ ਖਿਆਲ ਹੈ ਇਹਨਾਂ ਦੋਵਾਂ ਨੂੰ ਅਕਲ ਆ ਸਕਦੀ ਆ। ਮੇਰਾ ਖਿਆਲ ਆ ਇਹਦੇ ਵਿੱਚ ਉਹਨਾਂ ਨੇ ਕਿਹਾ, ਭਗਵੰਤ ਮਾਨ ਨੇ ਕਿਹਾ ਕਿ ਤੁਹਾਨੂੰ ਜਿਹੜੀ ਸਾਰੀ ਮਿਲਦੀ ਹੈ ਇਹਦੇ ਵਿੱਚੋਂ ਗਾਈਡਲਾਈਨ, ਉਹ ਕੇਂਦਰ ਤੋਂ ਮਿਲਦੀ ਹੈ, ਤੁਸੀਂ ਉਹਨਾਂ ਦੀ ਜਿਹੜੀ ਇਹ ਗੱਲ ਮੇਰੇ 'ਤੇ ਆ ਕੇ ਥੋਪਦੇ ਜੇ।
ਪਰ ਭਗਵੰਤ ਮਾਨ ਦੀ ਇੱਕ ਗੱਲ ਵਧੀਆ ਉਹਨੇ ਕੀਤੀ, ਉਹ ਕੀਤੀ ਹੈ ਕਿ ਕਿਉਂ ਨਹੀਂ ਤੁਸੀਂ ਮਣੀਪੁਰ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਤਾ, ਕਿਉਂ ਨਹੀਂ ਹਰਿਆਣਾ 'ਚ ਕਰ ਦਿੱਤਾ, ਜਿੱਥੇ ਇੰਨੀ ਤਸ਼ੱਦਦ ਹੋਇਆ, ਇੰਨੀ ਮਾਰੋ ਮਾਰੀ ਹੋਈ ਆ। ਪੰਜਾਬ ਵਿੱਚ ਕੀ ਹੋਇਆ? ਪੰਜਾਬ ਵਿੱਚ ਕੋਈ ਲੜਾਈ ਨਹੀਂ, ਕੋਈ ਮੈਂ ਸੰਵਿਧਾਨ ਦੀ ਉਲੰਘਣਾ ਨਹੀਂ ਕੀਤੀ। ਸਿਰਫ ਅੰਦੇ ਤੁਹਾਡਾ ਕਹਿਣ ਦੇ ਤੇ ਕਰਨ ਦੇ ਐਲਾਨ ਵੱਖਰੇ ਵੱਖਰੇ ਆ। ਤੁਹਾਡੇ ਅੰਦਰ ਦਿੱਲੀ ਬੋਲਦੀ ਆ। ਔਰ ਉਹਨੇ ਕਹਿਤਾ ਕਿ ਗਵਰਨਰ ਸਾਹਿਬ ਇੱਕ ਪਹਿਲੇ ਨਹੀਂ ਗਏ ਜਿਨ੍ਹਾਂ ਨੇ ਮੇਰੇ ਤੇ ਇਹ ਸਾਰਾ ਇਲਜ਼ਾਮ ਲਾਏ ਆ। ਦਿੱਲੀ ਦੇ ਗਵਰਨਰ ਲੈਫਟੀਨੈਂਟ ਜਨਰਲ ਜਿਹੜੇ ਦਿੱਲੀ ਦੇ ਨੇ, ਉਹਨਾਂ ਨੇ ਕੇਜਰੀਵਾਲ ਤੇ ਲਾਏ ਆ। ਬੇਸਿਕ ਗੱਲ ਹੈ ਕਿ ਵੀ ਜਿੱਥੇ ਇਹਨਾਂ ਦੀ ਸਰਕਾਰ ਨਹੀਂ, ਉੱਥੇ ਗਵਰਨਰਾਂ ਦੇ ਮੂੰਹ ਜਿਹੜੇ ਆ ਉਲਟੇ ਪਾਸੇ ਮੁੜੇ ਆ। ਜਿੱਦਾਂ ਆਪਾਂ ਅੱਗੇ ਜ਼ਿਕਰ ਕੀਤਾ ਸੀ ਵੀ ਇੱਕ ਦਾ ਮੂੰਹ ਤਾਂ ਹੈਗਾ ਪੱਛਮ ਵਾਲਾ ਤੇ ਦੂਜੇ ਦਾ ਪੂਰਬ ਵਾਲਾ ਹੈਗਾ। ਇਹੀ ਹਾਲਤ ਹੈਗੀ ਹੈ। ਜਿੰਨੀ ਦੇਰ ਤੱਕ ਜੇ ਲੋਕ ਆ ਜਾਣਗੇ, ਲੋਕ ਆ ਕੇ ਕਟਹਿਰੇ 'ਚ ਖੜ ਜਾਣਗੇ ਤੇ ਇਹਨਾਂ ਨੂੰ ਅਕਲ ਆ ਸਕਦੀ ਆ ਤੇ ਇਸੇ ਤਰ੍ਹਾਂ ਸਰਕਾਰ ਸਮੂਥਲੀ ਚੱਲ ਸਕਦੀ ਆ। ਜੇਕਰ ਪ੍ਰੈਜ਼ੀਡੈਂਟ ਰੂਲ ਆ ਜਾਂਦਾ, ਗਵਰਨਰੀ ਰਾਜ ਆ ਜਾਂਦਾ, ਜਾਂ ਇਲੈਕਸ਼ਨ ਦੁਬਾਰਾ ਹੁੰਦੀ ਆ, ਖਰਚਾ ਅੰਤਾਂ ਦਾ ਹੋਊਗਾ, ਫਿਰ ਪੰਜਾਬ ਉੱਥੇ ਦਾ ਉੱਥੇ ਖਲੋਤਾ ਰਹੂਗਾ। ਬਣੀ ਬਣਾਈ ਸਰਕਾਰ ਨੂੰ ਤੋੜਨਾ ਵੀ ਇੱਕ ਬਹੁਤ ਵੱਡਾ ਪਾਪ। ਔਰ ਬਾਕੀ ਧਿਰਾਂ ਨੂੰ, ਵਿਰੋਧੀ ਧਿਰਾਂ ਨੂੰ ਵੀ ਇਸ ਗੱਲ ਤੇ ਖੁਸ਼ੀ ਨਹੀਂ ਮਨਾਉਣੀ ਚਾਹੀਦੀ। ਨਹੀਂ, ਸਹੀ ਗੱਲ। ਇਹ ਦੇਖੋ ਜੀ, ਇਸ ਰਾਸ਼ਟਰਪਤੀ ਰਾਜ ਆਊਗਾ, ਫਿਰ ਉਸ ਤੋਂ ਬਾਅਦ ਦੁਬਾਰਾ ਇਲੈਕਸ਼ਨਸ ਹੋਣਗੀਆਂ, ਫਿਰ ਸਾਡੇ ਬਣਨ ਦੇ ਚਾਂਸਸ ਨੇ। ਇਹ ਗੱਲ ਹੈ। ਮਤਲਬ ਆ ਤੁਸੀਂ ਸੋਚਾਂ ਰੱਖਦੇ ਹੋ, ਉਂਝ ਤੁਸੀਂ ਸਟੇਟ ਦਾ ਭਲਾ ਚਾਹੁੰਦੇ ਹੋ। ਤੁਹਾਡੇ ਕੋਲ ਇਸ ਵਕਤ ਪੂਰੇ ਅੰਕੜੇ ਹੋਣੇ ਚਾਹੀਦੇ ਨੇ ਕਿ ਸਟੇਜ ਦੀ ਇਹ ਹਾਲਤ ਹੈਗੀ ਸਟੇਟ ਦੀ, ਕਿ ਇਹ ਸਟੇਜ ਦੇ ਉੱਤੇ ਹੈਗੀ ਆ ਕਿ ਦੁਬਾਰਾ ਤੋਂ ਇਲੈਕਸ਼ਨਸ ਕਰਵਾਈਆਂ ਜਾ ਸਕਣ। ਤੁਹਾਨੂੰ ਆਪਣੀ ਪਈ ਹੋਈ ਹੈ ਕਿ ਅਸੀਂ ਸੱਤਾ 'ਚ ਆ ਜਾਈਏ, ਅਸੀਂ ਬਣ ਜਾਈਏ, ਤੇ ਲੋਕੀ ਕਿੱਥੇ ਰਹਿਣ? ਲੋਕੀ ਰੁੜਦੇ ਨੇ, ਰੁੜ ਜਾਣ। ਤੇ ਬਾਕੀ ਤੁਸੀਂ ਗੱਲਾਂ ਕਰਨ ਵਾਸਤੇ ਆ ਜਾਂਦੇ ਹੋ ਕਿ ਹੜ ਆ ਗਏ ਨੇ ਜੀ, ਅਸੀਂ ਨਾਲ ਖੜੇ ਆ। ਜੇ ਨਾਲ ਖੜੇ ਹੋ ਤਾਂ ਫਿਰ ਕੁਝ ਕਰੋ, ਇਹ ਰੋਕੋ, ਸਟੇਟ ਵਾਸਤੇ ਕੰਮ ਕਰੋ। ਔਰ ਜੋ ਕਿਸੇ ਵੀ ਜਿਹੜੀ ਰਾਜਨੀਤਿਕ ਪਾਰਟੀ ਹੈ, ਇਹਨਾਂ ਨੇ ਇਹਦੇ ਬਾਰੇ ਕਦੀ ਜ਼ਿਕਰ ਕੀਤਾ ਕਿ ਹੜ ਆਇਆ? ਜਿਹੜੀ ਤੁਸੀਂ ਗੱਲ ਕੀਤੀ, ਮੈਂ ਉਹਦਾ ਹੀ ਗੱਲ ਕਰ ਰਿਹਾ। ਕੋਈ ਜ਼ਿਕਰ ਕੀਤਾ ਕਿਸੇ ਨੇ? ਜੇ ਜ਼ਿਕਰ ਕਰਦੇ ਆ ਤਾਂ ਗੈਂਗਵਾਦ ਆ ਗਿਆ, ਜੇ ਜ਼ਿਕਰ ਕਰਦੇ ਆ ਮਰਡਰ ਹੋ ਗਿਆ, ਜੇ ਜ਼ਿਕਰ ਕਰਦੇ ਆ ਤੇ ਇੱਥੇ ਆ ਗਲਤ ਸੰਵਿਧਾਨ ਦੀ ਧਾਰਾ ਤੋਂ ਉਲਟ ਚੱਲ ਰਿਹਾ। ਇਹਨਾਂ ਪਾਸੇ ਆ ਜਾਂਦੇ ਆ। ਪੰਜਾਬ ਦੇ ਲਈ ਜਿਹੜੇ ਵਸਨੀਕ ਨੇ, ਉਹਨਾਂ ਦੀ ਹਮਦਰਦੀ ਲਈ, ਉਹਨਾਂ ਦੀ ਸਹੂਲਤਾਂ ਲਈ ਕਦੀ ਕੋਈ ਗੱਲ ਨਹੀਂ ਕਰਦਾ। ਹੁਣੇ ਇਸੇ ਗੱਲ ਦੇ ਵਿੱਚ ਸੁਖਬੀਰ ਬਾਦਲ ਜੀ ਨੇ ਕਹਿਤਾ ਹੈਗਾ ਕਿ ਭਗਵੰਤ ਮਾਨ ਦੀ ਨਲਾਇਕੀ ਕਰਕੇ, ਲਾਪਰਵਾਹੀ ਕਰਕੇ ਨਹੀਂ ਚੱਲ ਰਿਹਾ। ਇਹਦਾ ਮਤਲਬ ਵੀ ਇਹੀ ਜ਼ਿਆਦਾ ਲਾਇਕ ਰਹੇ, ਇਹੀ ਇੰਟੈਲੀਜੈਂਟ ਹੈ, ਇਹੀ ਸੁਪਰ ਜਿਹੜੀ ਪਾਵਰ ਨੇ, ਇਹੀ ਸਾਰਾ ਕੁਝ ਸੰਭਾਲ ਸਕਦੇ ਆ। ਇਹਨਾਂ ਨੂੰ ਰਾਜ ਕਰਨਾ ਆਉਂਦਾ, ਹੋਰ ਕਿਸ ਨੂੰ ਰਾਜ ਨਹੀਂ ਕਰਨਾ ਆਉਂਦਾ। ਇਹ ਮਤਲਬ ਇਹ ਹੈ ਕਿ ਰੂਲਿੰਗ ਪਾਰਟੀ ਦੀ ਜੋ ਸੱਤਾ 'ਚ ਬੈਠੀ, ਉਹਦੀਆਂ ਲੱਤਾਂ ਕਿਵੇਂ ਖਿੱਚਣੀਆਂ, ਬਿਲਕੁਲ ਉਹ ਮੌਕਾ ਜਾਣ ਨਹੀਂ ਦੇਣਾ। ਕਿਸੇ ਨੇ ਨਹੀਂ ਕਿਹਾ ਕਿ ਗਵਰਨਰ ਸਾਹਿਬ ਆਹ ਤਾਂ ਨਾ ਕਰੋ ਕਿ ਰਾਸ਼ਟਰਪਤੀ ਰਾਜ ਕਿਉਂ ਲਾਗੂ ਕਰਨ ਲੱਗੇ ਹੋ, ਸਟੇਟ ਦਾ ਅੱਗੇ ਹੀ ਬੁਰਾ ਹਾਲ ਹੈ, ਇਹ ਨਾ ਕਰੋ। ਨਹੀਂ, ਉੱਥੇ ਸਭ ਚੁੱਪ ਵੱਟ ਕੇ ਬੈਠੇ ਨੇ। ਬਾਕੀ ਗੱਲਾਂ ਤੇ ਸਭ ਬੋਲਣਗੇ, ਸਪੋਰਟ ਵਾਸਤੇ ਕੋਈ ਨਹੀਂ ਆਏਗਾ। ਤੇ ਰਾਜਪਾਲ ਸਾਹਿਬ ਆਪ ਦੌਰਾ ਕਰਕੇ ਆਏ। ਮੈਂ ਹੜ੍ਹਾਂ ਦਾ ਜ਼ਿਕਰ ਕੀਤਾ, ਹੜ੍ਹਾਂ ਦਾ ਦੌਰਾ ਕੀਤਾ। ਉਹਨਾਂ ਨੇ ਕੇਂਦਰ ਨੂੰ ਕਿਹਾ ਕਿ ਹਿਮਾਚਲ ਨੂੰ ਤੁਸੀਂ ਰਿਲੀਫ ਫੰਡ ਦਿੱਤਾ ਹੈ, ਪੰਜਾਬ ਨੂੰ ਕਿਉਂ ਨਹੀਂ ਦਿੱਤਾ? ਸਹੀ ਗੱਲ। ਪੰਜਾਬ ਦੇ ਗਵਰਨਰ ਨੇ ਤੇ ਪੰਜਾਬ ਦੇ ਵਾਸਤੇ ਕੇਂਦਰ ਤੋਂ ਰਿਲੀਫ ਫੰਡ ਕਿਉਂ ਨਹੀਂ ਲੈ ਕੇ ਆਉਂਦੇ? ਕਹਿਣਾ ਬਣਦਾ ਸੀ ਉਹਨਾਂ ਦਾ, ਕਿਉਂਕਿ ਇਸ ਕਰਕੇ ਬਣਦਾ ਸੀ ਕਿਉਂਕਿ ਗਵਰਨਰ ਹੈਡ ਹੁੰਦਾ ਪੰਜਾਬ ਦਾ। ਜੇ ਪੰਜਾਬ ਦੇ ਲੋਕਾਂ ਲਈ ਨਹੀਂ ਇਹਨਾਂ ਕੰਮ ਕਰਨਾ, ਇਹਨਾਂ ਦੀ ਜੇ ਇੱਟ ਫੜਿੱਕਾ ਜਿਹਨੂੰ ਕਹਿੰਦੇ ਆ, ਲੜਾਈ ਝਗੜਾ ਜੇ ਭਗਵੰਤ ਮਾਨ ਨਾਲ, ਤਾਂ ਲੋਕਾਂ ਨਾਲ ਤਾਂ ਨਹੀਂ ਹੈਗਾ। ਖੁਦ ਜਾ ਕੇ ਵੇਖ ਰਹੇ ਆ ਕਿ ਬੇਘਰ ਕਿੰਨੇ ਹੋ ਗਏ ਆ ਲੋਕ, ਕਿੱਥੇ ਕਿੱਥੇ ਜਾ ਕੇ ਵਿਚਾਰੇ ਸੜਕਾਂ 'ਤੇ ਬੈਠੇ ਆ, ਕਿੱਥੋਂ ਨਾ ਰੋਟੀ ਨਾ ਪਾਣੀ ਨਾ ਕੁਛ, ਨਾ ਕੋਈ ਰਾਤ ਦੀ ਰਹਿਣ ਲਈ। ਉਹ ਇਹਨਾਂ ਨੂੰ ਨਹੀਂ ਨਜ਼ਰ ਆਇਆ। ਜੇ ਨਜ਼ਰ ਆਇਆ ਤਾਂ ਰਾਸ਼ਟਰਪਤੀ ਰਾਜ ਲਾਗੂ ਕਰਨ ਦਾ ਨਜ਼ਰ ਆ ਗਿਆ। ਜੇ ਆ ਗਿਆ ਤਾਂ ਐਮਰਜੈਂਸੀ ਲਾਉਣ ਦੀ ਜਿਹੜੀ ਹੈਗੀ ਆ ਉਹ ਦਿਮਾਗ 'ਚ ਆ ਗਈ ਆ। ਔਰ ਭੜਕਾਊ ਭਾਸ਼ਣ ਜ਼ਰੂਰ ਆ ਗਏ ਆ, ਔਰ ਫਾਈਲਾਂ ਜਿਹੜੀਆਂ ਉੱਥੇ ਸਮੇਟ ਕੇ ਰੱਖੀਆਂ ਹੈਗੀਆਂ ਉਹਦੇ ਵਿੱਚ ਨਹੀਂ, ਉਹਦੇ ਵਿੱਚ ਲੋਕਾਂ ਦਾ ਹਿੱਸਾ ਹੀ ਆ। ਫਾਈਲਾਂ ਭਗਵੰਤ ਮਾਨ ਦੀਆਂ ਨਹੀਂ ਹੈਗੀਆਂ, ਲੋਕਾਂ ਦੀ ਸਹੂਲਤਾਂ ਲਈ ਹੈਗੀ ਆ। ਜੇ ਟੀਚਰ ਅਡਹਾਕ ਨੇ, ਪੱਕੇ ਕੀਤੇ ਨੇ, ਉਹਨਾਂ ਦੀ ਅਪਰੂਵਲ ਲਈ ਪਈਆਂ ਉੱਥੇ। ਲੋਕਾਂ ਦਾ ਖਿਆਲ ਨਹੀਂ, ਦੁਨੀਆ ਦਾ ਖਿਆਲ ਨਹੀਂ, ਪੰਜਾਬ ਦਾ ਖਿਆਲ ਨਹੀਂ। 3.5 ਕਰੋੜ ਲੋਕ ਜਿਹੜੇ ਬੈਠੇ ਨੇ, ਇਹਨਾਂ ਦੇ ਮੂੰਹ ਵੱਲ ਵੇਖ ਰਿਹਾ। ਇਹ ਕਿਹਦੇ ਵੱਲ ਵੇਖ ਰਿਹਾ? ਕੁਰਸੀ ਵੱਲ ਵੇਖ ਰਿਹਾ। ਬਾਕੀ ਜਿਹੜੀਆਂ ਆਪਣੀ ਪਾਵਰਾਂ ਵੱਲ ਵੇਖ ਰਹੇ ਆ। ਇਹਨਾਂ ਨੂੰ ਬਾਕੀ ਨਹੀਂ ਹੈਗਾ, ਅੱਖਾਂ ਝੁੰਦਿਆ ਜਾਂਦੀਆਂ ਪਾਵਰ ਨਾਲ। ਔਰ ਜੋ ਪੋਲੀਟੀਕਲ ਐਕਸਪਰਟਸ, ਪੋਲੀਟੀਕਲ ਪੰਡਿਤਸ ਬੈਠੇ ਨੇ, ਉਹ ਇਹ ਕਹਿੰਦੇ ਨੇ ਕਿ ਜਿੱਦਾਂ ਹੁਣ ਬੀਜੇਪੀ ਪੰਜਾਬ ਨੂੰ ਕੰਟਰੋਲ ਨਹੀਂ ਕਰ ਪਾ ਰਹੀ, ਕਿਉਂਕਿ ਪੰਜਾਬ ਦੇ ਲੋਕ ਬੀਜੇਪੀ ਨੂੰ ਨਹੀਂ ਸੁਣਦੇ, ਨਹੀਂ ਮੰਨਦੇ। ਤਾਂ ਬੀਜੇਪੀ ਨੇ, ਕਿਉਂਕਿ ਰੂਲਿੰਗ ਪਾਰਟੀ ਹੈ, ਸੈਂਟਰ 'ਚ ਬੈਠੀ ਹੋਈ ਹੈ, ਪੰਜਾਬ ਨੂੰ ਕਾਬੂ ਕਰਨ ਦਾ ਇਹ ਤਰੀਕਾ ਲੱਭਿਆ ਹੋਇਆ। ਸਹੀ ਗੱਲ, ਮੈਨੂੰ ਆਸਾਂ ਕਾਬੂ ਕਰਨ ਦਾ, ਪੰਜਾਬ ਨੂੰ ਕਾਬੂ ਕਰਨ ਦਾ ਇਹ ਤਰੀਕਾ ਲੱਭਿਆ ਹੋਇਆ। ਹੁਣ ਇਹ ਵੀ ਐਕਸਪਰਟਸ ਕਹਿੰਦੇ ਨੇ। ਹੁਣ ਗੱਲ ਇਹ ਹੈ ਕਿ ਐਕਸਪਰਟਸ ਜੋ ਕਹਿੰਦੇ ਨੇ, ਰਾਜਨੀਤੀ ਜੋ ਕਹਿੰਦੀ ਹੈ, ਪਰ ਆਮ ਲੋਕਾਂ ਨੇ ਕੀ ਵਿਗਾੜਿਆ? ਕੁਝ ਵੀ ਨਹੀਂ। ਜੋ ਆਮ ਲੋਕਾਂ ਦਾ ਤੁਸੀਂ ਇਹ ਬੁਰਾ ਹਾਲ ਕਰਕੇ ਰੱਖਿਆ ਹੋਇਆ, ਕਾਹਦੇ ਵਾਸਤੇ? ਲੋਕ ਤੁਹਾਡਾ ਤਮਾਸ਼ਾ ਦੇਖਣ ਵਾਸਤੇ ਬੈਠੇ। ਹੁਣ ਇੱਥੇ ਆ ਕੇ ਵਿਰੋਧੀ ਧਿਰਾਂ ਨੂੰ ਵੀ ਇਕੱਠਾ ਹੋਣਾ ਚਾਹੀਦਾ ਹੈ ਕਿ ਗਵਰਨਰ ਸਾਹਿਬ ਰਾਸ਼ਟਰਪਤੀ ਰਾਜ ਲਾਗੂ ਨਾ ਕਰੋ, ਐਮਰਜੈਂਸੀ ਦੀ ਕੋਈ ਗੱਲ ਹੀ ਨਹੀਂ ਹੈ, ਅਸੀਂ ਸਾਰੇ ਇਕੱਠੇ ਹੋ ਕੇ ਕਰ ਲਾਂਗੇ ਆਪਣੇ ਆਪ। ਵੈਸੇ ਕਹਿੰਦੇ ਨੇ ਲੋਕ ਸਿਆਣੇ, ਜਦੋਂ ਕੋਈ ਘਰ ਦਾ ਭੇਦ ਦਿੰਦਾ ਨਾ,
ਉਦੋਂ ਘਰ 'ਚ ਉਜਾੜਾ ਹੁੰਦਾ, ਘਰ ਦਾ ਭੇਤੀ ਲੰਕਾ ਢਾਏ ਵਾਲੀ ਗੱਲ ਹੈਗੀ ਆ। ਜਿੱਦਾਂ ਤੁਸੀਂ ਗੱਲ ਕੀਤੀ ਹੈ ਵਿਰੋਧੀ ਪਾਰਟੀਆਂ 'ਚ ਯੂਨਾਈਟ ਹੁੰਦੀਆਂ ਕਿ ਭਗਵੰਤ ਮਾਨ ਨਾਲ ਮੀਟਿੰਗ ਫੌਰੀ ਤੌਰ ਤੇ ਰੱਖ ਲੈਣ, ਕੋਈ ਸਮਾਗਮ ਰੱਖਣ, ਉਹਦੇ 'ਚ ਬਹਿ ਕੇ ਗੱਲ ਕਰਨ ਕਿ ਰਾਜ ਤਾਂ ਤੇਰਾ ਹੀ ਚੱਲ ਰਿਹਾ, ਅਗਲੀ ਵਾਰ ਅਸੀਂ ਆਵਾਂਗੇ ਪਰ ਉਦੋਂ ਪਹਿਲਾਂ ਤਾਂ ਪੰਜਾਬ ਨੂੰ ਬਚਾਈਏ। ਜੇ ਇਹ ਕੰਮ 'ਚ ਆ ਜਾਣਗੇ ਤਾਂ ਲੋਕ ਬਕਾਇਦਾ ਤੌਰ ਤੇ ਜਾਂ ਅਕਾਲੀ ਦਲ ਨੂੰ ਜਾਂ ਕਾਂਗਰਸ ਨੂੰ ਬਕਾਇਦਾ ਤੌਰ ਤੇ ਗਲਵੱਕੜੀ ਨਾਲ ਅਗਲੀ ਵਾਰ ਮੌਕਾ ਦੇ ਦੇਣਗੇ। ਇੱਥੇ ਵਿਰੋਧੀ ਧਿਰਾਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਚਲੋ ਚੰਗਾ ਹੋਊਗਾ, ਰਾਸ਼ਟਰਪਤੀ ਰਾਜ ਆਊਗਾ, ਦੁਬਾਰਾ ਇਲੈਕਸ਼ਨਸ ਆਉਣਗੀਆਂ, ਫਿਰ ਸਾਨੂੰ ਬਣਨ ਦਾ ਜਿੱਤਣ ਦਾ ਮੌਕਾ ਮਿਲ ਸਕਦਾ, ਇਹ ਨਹੀਂ ਸੋਚਣਾ ਚਾਹੀਦਾ। ਹੁਣ ਆਹ ਦੇਖੋ ਲੱਤਾਂ ਖਿੱਚਣ ਲੱਗੇ ਹੋਏ। ਜਦੋਂ ਦੀ ਆਪ ਸਰਕਾਰ ਆਈ ਹੈ, ਆਪ ਦੇ ਸ਼ਾਸਨ ਵਿੱਚ ਨਸ਼ਿਆਂ ਦਾ ਰੁਝਾਨ ਘਟਣ ਦੀ ਬਜਾਏ ਹੋਰ ਵਧਿਆ। ਇਹ ਰਾਜਾ ਵੜਿੰਗ ਜੀ ਕਹਿ ਰਹੇ ਨੇ। ਦੇਖ ਲਓ ਹੁਣ ਇਹ ਸਮੱਸਿਆ ਸਿਰਫ ਸਰਕਾਰ ਦੀ ਹੈ, ਇਹ ਤੁਹਾਡੀ ਸਮੱਸਿਆ ਨਹੀਂ ਹੈ। ਤੁਸੀਂ ਵੀ ਤਾਂ ਇੱਕ ਸ਼ੈਡੋ ਗਵਰਨਮੈਂਟ ਵਾਕਣ ਕੰਮ ਕਰਦੇ ਹੀ ਪਏ ਹੋ। ਤੁਸੀਂ ਇਹ ਆਪਣੀ ਸਮੱਸਿਆ ਨਹੀਂ ਮੰਨਦੇ ਹੋ। ਤੁਸੀਂ ਵੀ ਤਾਂ ਕਾਂਗਰਸ ਪਾਰਟੀ ਨੇ ਵੀ ਤਾਂ ਰੂਲ ਕੀਤਾ ਹੀ ਹੈ ਪੰਜਾਬ ਦੇ ਉੱਤੇ, ਅਕਾਲੀਜ਼ ਨੇ ਵੀ ਕੀਤਾ। ਉਦੋਂ ਕੀ ਨਸ਼ੇ ਨਹੀਂ ਸੀਗੇ? ਹੁਣ ਤੁਸੀਂ ਜਿੱਥੇ ਖੜਾ ਹੋਣਾ ਨਾਲ, ਉੱਥੇ ਫਿਰ ਲੱਤਾਂ ਖਿੱਚਣ ਦਾ ਮੌਕਾ ਮਿਲ ਗਿਆ ਕਿ ਆਮ ਆਦਮੀ ਪਾਰਟੀ ਨੂੰ ਕਿਹਾ ਜਾਵੇ। ਅਸੀਂ ਕਿਸੇ ਦਾ ਪੱਖ ਨਹੀਂ ਪੂਰਦੇ ਪਏ, ਅਸੀਂ ਇੱਕ ਜਨਰਲ ਸਾਈਕੋਲੋਜੀ ਦੀ ਗੱਲ ਕਰਦੇ ਪਏ ਹਾਂ। ਕਿੱਦਾਂ ਦੀ ਸਾਈਕੋਲੋਜੀ ਲੈ ਕੇ ਚੱਲਦੇ ਪਏ ਹੋ? ਸਟੇਟ ਦਾ ਨਹੀਂ ਸੋਚਦੇ, ਸਟੇਟ ਦੇ ਲੋਕਾਂ ਦਾ ਨਹੀਂ ਸੋਚਦੇ, ਇੱਕ ਦੂਜੇ ਨਾਲ ਮਿਹਣੋ ਮਿਹਣੀ, ਇੱਕ ਦੂਜੇ ਨੂੰ ਤਾਨੇ ਦੇਣੇ, ਇੱਕ ਦੂਜੇ ਤੇ ਇਲਜ਼ਾਮ ਲਗਾਉਣੇ, ਔਰ ਜਿੱਥੇ ਲੱਤਾਂ ਖਿੱਚਣ ਦਾ ਮੌਕਾ ਮਿਲੇ ਲੱਤਾਂ ਖਿੱਚ ਦੇਣੀਆਂ। ਹੁਣ ਆਹ ਦੱਸੋ, ਇਹ ਸਟੇਟਮੈਂਟ ਆਈ ਹੈ ਜੀ। ਜਿਹੜੀ ਗੱਲ ਰਾਜਾ ਵੜਿੰਗ ਜੀ ਦੇ ਬਿਆਨ ਸੀਗਾ ਕੱਲ੍ਹ ਦਾ, ਇਹਨਾਂ ਨੇ ਬੋਲਦੇ ਇਹੀ ਕਿਹਾ ਕਿ ਨਸ਼ਾ ਜਿਹੜਾ ਉਹਦਾ ਰੁਝਾਨ ਘਟਾਉਣ ਦੀ ਬਜਾਏ ਇੱਥੇ ਵਧਾਇਆ ਗਿਆ। ਔਰ ਦੇਖੋ ਕੋਈ ਵੀ ਸਰਕਾਰ ਇਸ ਤਰ੍ਹਾਂ ਦੀ ਨਹੀਂ ਕਰਦੀ ਕਿ ਜਦੋਂ ਕੋਈ ਉਹਦੀ ਰੂਲਿੰਗ ਪਾਰਟੀ ਹੁੰਦੀ ਹੈ ਤਾਂ ਨਸ਼ਾ ਜਾਂ ਜਿਹੜਾ ਵੀ ਕੋਈ ਇੱਥੇ ਤੋਹਮਤਾਂ ਲੱਗ ਰਹੀਆਂ ਉਹਨੂੰ ਵਧਾਵੇ। ਕੰਟਰੋਲ ਤਾਂ ਮਾੜਾ ਮੋਟਾ ਜਿੰਨਾ ਕੋਈ ਕਰਦੀ ਆ। ਔਰ ਸਰਕਾਰ ਨੇ ਇਹਨਾਂ ਨੇ ਕਈ ਕੇਸ ਰਜਿਸਟਰਡ ਕੀਤੇ ਆ, ਪੁਲਿਸ ਅਫਸਰਾਂ ਦੇ ਅਗੇਂਸਟ ਵੀ ਆ, ਜਿਹੜੇ ਤਸਕਰ ਆ ਉਹਨਾਂ ਦੇ ਅਗੇਂਸਟ ਵੀ ਕੀਤੇ ਆ, ਬਾਕੀ ਜਿਹੜੇ ਵੇਚਦੇ ਆ ਉਹਨਾਂ ਦੇ ਵੀ ਆ। ਪਰ ਜੇ ਲੋਕ ਹੀ ਉੱਧਰੋਂ ਚੰਗੀ ਪ੍ਰਤੀਕਿਰਿਆ ਨਹੀਂ ਦਿੰਦੇ ਜਾਂ ਪੁਲਿਸ ਅਫਸਰ ਜਿਹੜੇ ਉਹਨਾਂ ਨਾਲ ਜਾ ਕੇ ਰਲ ਕੇ ਸਾਰਾ ਕੁਝ ਕਰਾ ਰਹੇ ਆ, ਉਹਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ ਜਿਸ 'ਚ ਕੁਝ ਪੁਲਿਸ ਅਫਸਰ ਵੀ ਹੈ, ਉਹ ਜਿਹੜੇ ਮੁੰਡੇ ਤਸਕਰ ਨੇ ਉਹਨਾਂ ਨਾਲ ਜਿਹੜੇ ਆ ਬੈਠੇ ਆ ਫੋਟੋ ਖਿਚਵਾ ਰਹੇ ਆ। ਔਰ ਉਹ ਜਿਹੜੀ ਰਾਜਾ ਵੜਿੰਗ ਸਾਹਿਬ ਦੀ ਜਿਹੜੀ ਇਸ ਵੇਲੇ ਇਹ ਐਲਾਨ ਸੀਗਾ, ਇਹ ਕੁਛ ਆ ਗੱਲ ਤੱਕ ਜਿਹੜਾ ਹੈਗਾ ਉਹ ਜਿਹੜਾ ਨਾ ਸਮਝੀ ਤੋਂ ਬਾਹਰ ਵਾਲੀ ਗੱਲ ਹੈਗੀ ਆ ਕਿ ਉਹਨਾਂ ਨੇ ਕਿਹਾ ਕਿ ਜਦੋਂ ਆਪ ਹੀ ਰੂਲਿੰਗ ਪਾਰਟੀ ਰਹੀ ਹੈ ਕਾਂਗਰਸ, ਚੰਨੀ ਸਾਹਿਬ ਵੀ ਰਹੇ ਉਹਦੇ ਮੁੱਖ ਮੰਤਰੀ, ਉਦੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਜੀ ਰਹੇ ਆ, ਉਹਨਾਂ ਨੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਔਰ ਸਤਿਕਾਰ ਨਾਲ ਸਹੁੰ ਖਾ ਕੇ ਉਹਨਾਂ ਨੇ ਕਹਿਤਾ ਸੀ ਕਿ ਆਉਣ ਵਾਲਾ ਸਮਾਂ ਜਿਹੜਾ ਹੈਗਾ ਇੱਥੇ ਕੋਈ ਵੀ ਨਸ਼ਾ ਨਹੀਂ ਵਿਕੂਗਾ ਔਰ ਅਸੀਂ ਪੂਰੇ ਤਰ੍ਹਾਂ ਵਾਹ ਜਹਾਨ ਦੀ ਲਾ ਕੇ ਰੋਕ ਲਾਂਗੇ। ਪਰ ਉਹ 'ਚ ਮਾਸਾ ਭੁਰਾ ਵੀ ਫਰਕ ਨਹੀਂ ਪਿਆ। ਉਹ ਰਿਹਾ ਅਕਾਲੀ ਦਲ ਦੇ ਟਾਈਮ 'ਤੇ ਵੀ ਇਹੀ ਰਿਹਾ। ਉਦੋਂ ਬਾਦਲ ਸਾਹਿਬ 3 ਵਾਰੀ ਰਹੇ ਆ ਮੁੱਖ ਮੰਤਰੀ ਪੰਜਾਬ, ਔਰ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਜੀ ਰਹੇ ਆ। ਉਦੋਂ ਇਹਨਾਂ ਨੇ ਕੀ ਕਰ ਲਿਆ, ਜਿੰਨੀਆਂ 2 ਸਰਕਾਰਾਂ ਹੀ ਆਉਂਦੀਆਂ ਨੇ, ਇੱਕ ਚਲੇ ਗਈ ਇੱਕ ਆ ਗਈ, ਹੁਣ ਤੀਜੀ ਜਦੋਂ ਸਰਕਾਰ ਆ ਗਈ ਹੈ ਇਹਨਾਂ ਨਾਲ ਮਿਹਣੋ ਮਿਹਣੀ ਹੋ ਰਿਹਾ। ਇਹਨਾਂ ਨੂੰ ਇਹ ਕਹਿ ਰਿਹਾ ਕਿ ਤੁਸੀਂ ਨਹੀਂ ਕਰ ਰਹੇ ਨਸ਼ਾ ਜਿਹੜਾ ਹੈਗਾ। ਅਸਲ ਵਿੱਚ ਕਈ ਵਾਰੀ ਇਹ ਪਤਾ ਲੱਗਣ ਵਿੱਚ ਆਇਆ ਕਿ ਜਦੋਂ ਕੋਈ ਰੂਲਿੰਗ ਪਾਰਟੀ ਕਿਸੇ ਚੀਜ਼ ਨੂੰ ਰੋਕਣ ਦਾ ਯਤਨ ਕਰਦੀ ਹੈ ਤੇ ਜਿਹੜੀ ਵਿਰੋਧੀ ਧਿਰ ਨੇ ਜਾਂ ਦੂਸਰੇ ਨੇ ਉਹਨਾਂ ਕੋਲ ਗਰੁੱਪ ਇਸ ਤਰ੍ਹਾਂ ਦੇ ਹੈਗੇ ਆ, ਉਹ ਉਹਨੂੰ ਦੂਜੇ ਪਾਸੇ ਜਿਹੜੇ ਹੈਗੇ ਆ ਉਲਟ ਪਾਸੇ ਵੱਲ ਜਾ ਕੇ ਲੈ ਕੇ ਜਾਂਦੇ ਆ ਵੀ ਇਹਦਾ ਨਾਂ ਨਾ ਬਣ ਜੇ। ਇਹਨਾਂ ਦੀ ਸੋਚ ਜਿਹੜੀ ਆ ਇਹ ਨਹੀਂ ਹੁੰਦੀ ਕਿ ਅਸੀਂ ਜਿਹੜੀ ਇਸ ਵੇਲੇ ਤੁਹਮਤ ਲੱਗ ਰਹੀ ਪੰਜਾਬ ਨੂੰ ਓਵਰਆਲ ਦੇਖਣਾ ਚਾਹੀਦਾ, ਨਾ ਕਿ ਪਾਰਟੀ ਨੂੰ। ਸਾਡਾ ਪੰਜਾਬ ਆ, ਸਾਡੀ ਧਰਤੀ ਆ, ਗੁਰੂਆਂ ਪੀਰਾਂ ਦੀ ਧਰਤੀ, ਅਸੀਂ ਕਿਉਂ ਨਹੀਂ ਇਹਦੇ ਵਿੱਚ ਰਲਦੇ? ਇਹ ਸਾਡੀ ਧਰਤੀ ਮਾਂ ਆ। ਇਹਦੇ ਵਿੱਚ ਇਸ ਤਰ੍ਹਾਂ ਦਾ ਤਸ਼ੱਦਦ, ਇੱਦਾਂ ਦਾ ਕੋਈ ਤੁਹਮਤ, ਇਸ ਤਰ੍ਹਾਂ ਦਾ ਕੋਈ ਜਿਹੜਾ ਨਸ਼ਾ ਦਾ ਵੱਡਾ ਜਿਹੜਾ ਚੱਲ ਰਿਹਾ ਦਲ ਉਹ 'ਚੋਂ ਬਾਹਰ ਕੱਢੀਏ ਲੋਕ। ਜੇ ਕੋਈ ਪਾਰਟੀ, ਜੇ ਕੋਈ ਨੇਤਾ ਕੋਈ ਭਲਾਈ ਦਾ ਕੰਮ ਕਰਨ ਲੱਗਦਾ ਹੈ ਤਾਂ ਉਹਨੂੰ ਕਰਨ ਨਹੀਂ ਦੇਣਾ ਨਾ, ਕਿਉਂਕਿ ਜੇ ਉਹਨੇ ਕਰ ਦਿੱਤਾ ਉਹਦੀ ਤਾਂ ਸਾਖ ਬਣ ਜੂਗੀ, ਉਹਦਾ ਤਾਂ ਨਾਂ ਬਣ ਜੂਗਾ, ਉਹਦੇ ਤਾਂ ਵੋਟਾਂ ਬਣ ਜਾਣਗੀਆਂ, ਫਿਰ ਅਸੀਂ ਕਿੱਧਰ ਜਾਣਾ? ਹੱਦ ਹੋ ਗਈ ਯਾਰ। ਆਹ ਸੋਚਣ ਇਹੀ ਸੋਚ ਹੁਣ ਸਮਝ ਆ ਰਹੀ ਐਲਾਨ ਤੋਂ ਆਉਂਦੀ। ਪਹਿਲਾਂ ਸੋਚ ਕੇ ਤਾਂ ਇਹਨਾਂ ਨੂੰ ਬੋਲਣਾ ਚਾਹੀਦਾ। ਵੜਿੰਗ ਸਾਹਿਬ ਬੋਲ ਰਹੇ ਨੇ, ਉਹਨਾਂ ਨੂੰ ਇਹ ਨਹੀਂ ਕਹਿਣਾ ਚਾਹੀਦਾ ਸੀ ਵੀ ਨਸ਼ਿਆਂ ਦੇ ਰੁਝਾਨ ਜਿਹੜਾ ਹੈਗਾ ਅਸੀਂ ਵੀ ਜ਼ੋਰ ਲਾ ਲਿਆ, ਇਹ ਵੀ ਸਰਕਾਰ ਲਾ ਰਹੀ ਆ। ਪਰ ਲੋਕਾਂ ਨੇ ਜੇ ਸਰਕਾਰ ਚੁਣੀ ਸੀ, ਇਸ ਕਰਕੇ ਚੁਣੀ ਸੀ ਵੀ ਸ਼ਾਇਦ ਇਹ ਚੀਜ਼ ਨੂੰ ਕੰਟਰੋਲ ਕਰ ਲੈਣ, ਤਾਂ ਵੇਖ ਲਓ ਇਹਨਾਂ ਕੋਲ ਵੀ ਕੰਟਰੋਲ ਨਹੀਂ ਹੋਇਆ। ਅਸੀਂ ਵੀ ਕੰਟਰੋਲ ਨਹੀਂ ਕਰ ਸਕੇ। ਆਪਣੇ ਆਪ ਤੇ ਆਪਣੀ ਪੀੜ੍ਹੀ ਥੱਲੇ ਸੋਟਾ ਮਾਰ ਕੇ ਕਹਿੰਦੇ ਤੇ ਲੋਕਾਂ ਨੇ ਇਸ ਗੱਲ ਨੂੰ ਸਹੀ ਕਹਿਣਾ ਸੀ। ਔਰ ਨਾਲ ਇਹ ਵੀ ਕਹਿੰਦੇ ਕਿ ਹੁਣ ਲੋਕਾਂ ਨੇ ਜਿਹੜੀ ਕਮਰ ਕੱਸ ਲਈ ਹੈ ਕਿ ਅਸੀਂ ਨਸ਼ੇ ਖਤਮ ਕਰਨੇ ਨੇ ਪੰਜਾਬ 'ਚੋਂ, ਇਹ ਬਹੁਤ ਵਧੀਆ ਗੱਲ ਹੈ। ਸਾਨੂੰ ਲੋਕਾਂ ਨੂੰ ਸਪੋਰਟ ਕਰਨਾ ਚਾਹੀਦਾ। ਉਹਦਾ ਸਿੱਟਾ ਤੇ ਵੇਖਣ ਪਿਆ, ਜੇ ਚੱਲੇ ਹੀ ਆ, ਅਜੇ ਲੋਕ ਚੱਲੇ ਆ, ਪੰਚਾਇਤਾਂ ਚੱਲੀਆਂ, ਪੰਚਾਇਤਾਂ ਨੂੰ ਤੇ ਨਾ ਭੰਗ ਕਰਤਾ, ਉਹ ਵੀ ਇਸ ਮੌਜੂਦਾ ਸਰਕਾਰ ਦਾ ਬਹੁਤ ਵੱਡਾ ਜਿਹੜੀ ਗਲਤੀ ਹੈ ਜਦੋਂ ਪੰਚਾਇਤਾਂ ਇਹਦੇ ਵਿੱਚ ਕੰਟਰੀਬਿਊਟ ਕਰ ਰਹੀਆਂ ਸੀਗੀਆਂ। ਔਰ ਉਹਦਾ ਸਿੱਟਾ ਤੇ ਵੇਖੋ, ਅਜੇ ਤੱਕ ਇਲੈਕਸ਼ਨ ਤੋਂ ਪਹਿਲਾਂ ਵੇਖੋ ਵੀ ਲੋਕ ਕਿੰਨਾ ਕੰਟਰੋਲ ਕਰ ਸਕਦੇ ਆ, ਹੁੰਦਾ ਜਾਂ ਨਹੀਂ ਹੁੰਦਾ। ਪਹਿਲੋਂ ਬਿਆਨਬਾਜ਼ੀ ਗਲਤ ਆ। ਸੁਖਬੀਰ ਬਾਦਲ ਜੀ ਨੇ ਬਿਆਨ ਦਿੱਤਾ ਹੈ, ਖੈਰ ਇਹ ਉਹਨਾਂ ਨੇ ਸਹੀ ਗੱਲ ਕਹੀ ਹੈ ਕਿ ਪੰਜਾਬ ਸਰਕਾਰ ਚੁੱਪ ਹੈ, ਬੋਲੇ ਕਿਉਂ ਨਹੀਂ ਬੋਲਦੀ ਇਸ ਮਾਮਲੇ ਦੇ ਵਿੱਚ ਕਿ ਜਲੰਧਰ ਪੁਲਿਸ ਵੱਲੋਂ 2 ਸਕੇ ਭਰਾਵਾਂ
ਜੋ ਜ਼ਲੀਲ ਕੀਤਾ ਗਿਆ ਔਰ ਉਸ ਤੋਂ ਬਾਅਦ ਉਹਨਾਂ ਨੇ ਖੁਦਕੁਸ਼ੀ ਕਰ ਲਈ, ਇਹਦੇ ਬਾਰੇ ਪੰਜਾਬ ਗਵਰਨਮੈਂਟ ਨੇ ਕੁਝ ਨਹੀਂ ਕਿਹਾ। ਇਹ ਸੁਖਬੀਰ ਬਾਦਲ ਠੀਕ ਕਹਿ ਰਹੇ ਨੇ ਇਹ ਤੇ ਗੱਲ ਕਿ ਇਹਦੇ 'ਚ ਪੰਜਾਬ ਸਰਕਾਰ ਨੂੰ ਕੁਝ ਬੋਲਣਾ ਚਾਹੀਦਾ ਹੈ ਔਰ ਉਸ ਅਧਿਕਾਰੀ ਦੇ ਉੱਤੇ ਕੀ ਐਕਸ਼ਨ ਹੋਣ ਜਾ ਰਿਹਾ ਜਿਸ ਨੇ ਜ਼ਲੀਲ ਕੀਤਾ, ਜਿਸ ਕਰਕੇ ਐਡੀ ਵੱਡੀ ਘਟਨਾ ਵਾਪਰ ਗਈ। ਤਾਂ ਇਹ ਪੰਜਾਬ ਸਰਕਾਰ ਦਾ ਇਹਦੇ ਉੱਤੇ ਕੁਝ ਨਾ ਕੁਝ ਬੋਲਣਾ ਬਣਦਾ। ਇਹ ਤਾਂ ਪਿਛਲੇ 17 ਅਗਸਤ ਦੀ ਗੱਲ ਹੈ, ਉਹਦੇ ਵਿੱਚ ਜੇ 10-12 ਦਿਨ ਹੀ ਨਿਕਲੇ ਆ ਔਰ ਇਹ ਮਸਲਾ ਬਹੁਤ ਪੇਚੀਦਾ ਹੁੰਦਾ ਜਾ ਰਿਹਾ। ਔਰ ਜਿਹੜਾ ਉਹ ਨਵਦੀਪ ਸਿੰਘ SHO ਸੀਗਾ ਡਿਵੀਜ਼ਨ ਨੰਬਰ 1 ਦਾ ਜਲੰਧਰ, ਉਹਨਾਂ ਨੇ ਮੁੰਡਿਆਂ ਨੂੰ ਬਹੁਤ ਜ਼ਿਆਦਾ ਮਾਰਿਆ ਵੀ ਆ ਔਰ ਉਹਨਾਂ ਦੀ ਪਗੜੀ ਵੀ ਲਾਈ ਆ ਔਰ ਉਹਦੇ 'ਚ ਉਹਨਾਂ ਨੂੰ ਜ਼ਲੀਲ ਕੀਤਾ। ਔਰ ਉਹ ਨਾ ਇਹ ਸਹਾਰਦੇ ਹੋਏ ਇੱਥੋਂ ਭੱਜੇ ਮੁੰਡੇ। ਔਰ ਉਹ ਜਤਿੰਦਰਪਾਲ ਸਿੰਘ ਢਿੱਲੋਂ ਆ, ਜਿਹੜੇ ਗ੍ਰੀਨ ਪਾਰਕ ਜਲੰਧਰ 'ਚ ਰਹਿੰਦੇ ਆ, ਬੱਸ ਸਟੈਂਡ ਦੇ ਨਾਲ ਹੀ ਉਹਨਾਂ ਦਾ ਘਰ ਹੈ। ਦੋਵੇਂ, ਇੱਕ ਮਾਨਵਜੀਤ ਢਿੱਲੋਂ ਆ, ਦੂਜੇ ਦਾ ਨਾਂ ਜਸ਼ਨਵੀਰ ਢਿੱਲੋਂ ਮੁੰਡੇ, ਇੱਕ 40 ਸਾਲ ਦਾ, ਇੱਕ 37 ਸਾਲ ਦਾ। ਦੋਵੇਂ ਭਰਾ ਤੇ ਦੋਵੇਂ ਬੇਟੇ। ਅੱਜ ਕੱਲ੍ਹ ਬੱਚੇ ਤਾਂ ਜ਼ਿਆਦਾ ਹੁੰਦੇ ਨੇ, ਇੱਕ ਜਾਂ ਦੋ ਹੀ ਹੁੰਦੇ ਬੱਚੇ। ਉਹ ਮੁੰਡੇ ਪਹਿਲਾਂ ਤਾਂ ਨਿੱਕਾ ਭੱਜਿਆ ਇੱਥੋਂ। ਇੱਕ ਵਾਰੀ ਆਪਾਂ ਗੱਲ ਕੀਤੀ ਸੀ, ਉਹ ਬਿਆਸ ਦਰਿਆ ਦੇ ਪੁਲ 'ਤੇ ਜਿਹੜਾ ਗੋਂਦਵਾਲ ਸਾਹਿਬ ਦੇ ਨਾਲ ਹੈਗਾ, ਉੱਥੇ ਉਹ ਭੱਜਿਆ। ਉਹਨੂੰ ਲੈਣ ਲਈ ਇਹ ਮਾਨਵਜੀਤ ਗਿਆ, ਉਹਦਾ ਨਾਲ ਮਾਸੀ ਦਾ ਮੁੰਡਾ ਸੀ। ਉਹਨੂੰ ਲੈਣ ਲਈ ਉਹਨਾਂ ਨੇ ਲੱਭ ਲਿਆ। ਲੱਭਣ ਤੋਂ ਬਾਅਦ ਉਹਨੂੰ ਮਨਾਇਆ। ਜਦੋਂ ਆਇਆ ਉਹ ਫਿਰ ਛੁੱਟ ਕੇ ਇੱਥੋਂ ਬਾਅਦ ਉਹਨੇ ਛਾਲ ਮਾਰੀ ਆ ਪਗੜੀ ਰੱਖ ਕੇ ਉੱਤੇ ਪੁਲ ਦੇ ਉੱਤੇ, ਜਿਹੜਾ ਪੁਲ ਬਣਿਆ। ਉਸ ਤੋਂ ਬਾਅਦ ਨਾਲ ਹੀ ਮਾਨਵਜੀਤ ਨੇ ਮਾਰਤੀ ਆ। ਉਹ ਅਜੇ ਤੱਕ ਨਹੀਂ ਉਹਨਾਂ ਦੀ ਦਸਤ ਨਿਕਲੀ, ਉਹਨਾਂ ਦੀ ਡੈੱਡ ਬੋਡੀ ਵੀ ਨਹੀਂ ਮਿਲੀ। ਔਰ ਇਹ ਗੱਲ ਜਦੋਂ ਪੁੱਜਦਿਆਂ ਸਿਆਸੀ ਦਾਇਰਿਆਂ ਵਿੱਚ ਵੀ ਚਲੇ ਗਈ। ਸੁਖਬੀਰ ਬਾਦਲ ਸਾਹਿਬ ਕੋਲ ਜਦੋਂ ਗੱਲ ਪਹੁੰਚੀ, ਉਹਨਾਂ ਨੇ ਇਸ ਗੱਲ 'ਤੇ ਬੜਾ ਰੋਸ ਪ੍ਰਗਟਾਇਆ ਕਿ ਜੇ ਅਸੀਂ ਬੋਲਦੇ ਹਾਂ, ਜੇ ਅਸੀਂ ਕਹਿ ਰਹੇ ਹਾਂ ਕਿ ਇਹ ਗੱਲ ਜਿਹੜੀ ਹੈਗੀ ਉਹਨਾਂ ਨੂੰ ਪੁਲਿਸ 'ਤੇ ਐਕਸ਼ਨ ਲੈਣਾ ਚਾਹੀਦਾ, ਔਰ ਕਿਉਂ ਨਹੀਂ ਪੰਜਾਬ ਦੇ ਮੁੱਖ ਮੰਤਰੀ ਬੋਲੇ, ਉਹਨਾਂ ਕਿਉਂ ਨਹੀਂ ਕਿਹਾ? ਜਾਂ ਉਹਨਾਂ ਨੇ ਆਪਣੇ ਜਿਹੜੇ ਪੁਲਿਸ ਆਰਮੀ ਦੇ ਹੈੱਡ ਨੇ, ਪੁਲਿਸ ਦੇ ਹੈੱਡ ਜਾਦਵ ਜੀ, ਉਹਨਾਂ ਨੂੰ ਜਿਹੜੇ ਡਾਇਰੈਕਟਰ ਜਨਰਲ ਪੁਲਿਸ ਨੇ, ਉਹਨਾਂ ਨੂੰ ਕਿਉਂ ਨਹੀਂ ਬੁਲਾ ਕੇ ਕਿਹਾ ਕਿ ਉਹਨਾਂ ਨੂੰ ਜਿਹੜਾ ਇਸ ਵੇਲੇ SHO ਆ, ਉਹਨੂੰ ਫੌਰੀ ਤੌਰ 'ਤੇ ਉੱਤੇ ਉਹਨੂੰ ਸਸਪੈਂਸ਼ਨ ਕੀਤੀ ਜਾਵੇ ਜਾਂ ਉੱਤੇ ਜਿਹੜਾ ਵੀ ਆ ਉਹਦਾ ਐਕਸ਼ਨ ਲਿਆ ਜਾਵੇ। ਉਹ ਕੁਝ ਨਹੀਂ ਹੋਇਆ। ਔਰ ਉਸ ਤੋਂ ਬਾਅਦ ਉਹ ਪਰਿਵਾਰ ਇਸ ਵੇਲੇ ਇੰਨਾ ਸਦਮੇ 'ਚ ਆ, ਉਹਨਾਂ ਨੂੰ ਨਾ ਤਾਂ ਕੋਈ ਰੋਟੀ ਖਾ ਰਿਹਾ, ਨਾ ਕੋਈ ਸੌਂ ਰਿਹਾ। 2 ਪੁੱਤ ਆ ਜਿਹੜੇ ਬੜੇ ਮੁਸ਼ਕਲ ਨਾਲ ਪਾਲੇ ਹੁੰਦੇ ਆ, ਜਵਾਨ ਆ ਔਰ ਮੈਰਿਡ ਆ ਦੋਵੇਂ, ਉਹਨਾਂ ਦੇ ਬੱਚੇ ਵੀ ਆ, ਵਿਆਹੇ ਆ ਮੁੰਡੇ। ਔਰ ਦੇਖੋ ਕਿੰਨਾ ਵੱਡਾ ਇਹ ਜਿਹੜਾ ਤਸ਼ੱਦਦ ਹੋਇਆ, ਕਿੰਨੀ ਵੱਡਾ ਜਲੀਲ ਕਰਕੇ ਬੱਚਿਆਂ ਨੂੰ ਭੇਜ ਦਿੱਤਾ ਉੱਥੇ। ਕਾਹਦੀ ਡੈਮੋਕ੍ਰੇਸੀ ਆ, ਅਗਰ ਕਾਹਦਾ ਰਾਜ ਹੈ ਤਾਂ ਕਾਹਦਾ ਰੂਲ ਹੈ ਉੱਥੋਂ ਦੀ ਸਰਕਾਰਾਂ ਦਾ। ਔਰ ਜਿਹੜੀ ਪੁਲਿਸ ਦੀ ਚੜ੍ਹੋਖਤੀ ਆ, ਪੁਲਿਸ ਜੋ ਚਾਹੁੰਦੀ ਉਹੀ ਕਰ ਲੈਂਦੀ ਹੈ। ਔਰ ਇਸ ਨਵਦੀਪ ਸਿੰਘ ਨੇ ਅੱਗੇ ਵੀ ਕੀਤਾ ਕਿ ਫਗਵਾੜਾ ਦੇ ਵਿੱਚ ਜਾ ਕੇ ਇੱਕ ਰੇਹੜੀ ਦੇ ਲੱਤਾਂ ਮਾਰ ਕੇ ਰੇਹੜੀ ਮੂਦੀ ਕਰਤੀ। ਕਿਸੇ ਗਰੀਬ ਆਦਮੀ ਦੀ ਸਬਜ਼ੀ ਦੀ ਰੇਹੜੀ ਸੀ ਔਰ ਇਹਨੇ ਉਸ ਰੇਹੜੀਆਂ ਨੂੰ ਇੱਧਰ ਉੱਧਰ ਕੁਚਲਿਆ, ਬੜਾ ਕੁਝ ਕੀਤਾ। ਔਰ ਇਹਦੇ 'ਤੇ ਕਈ ਤਰ੍ਹਾਂ ਦੇ ਅੱਗੇ ਵੀ ਦੋਸ਼ ਮੜੇ ਗਏ ਆ। ਔਰ ਉਦੋਂ ਬਾਅਦ ਇਹ ਨਹੀਂ ਬਾਜ ਆਇਆ, ਆਹ ਕੰਮ ਬਹੁਤ ਵੱਡਾ ਕਰ ਦਿੱਤਾ। ਹੁਣ ਸੁਖਬੀਰ ਬਾਦਲ ਨੇ ਇਹਦੇ 'ਤੇ ਐਕਸ਼ਨ ਲੈਣ ਲਈ ਕਿਹਾ ਹੈਗਾ। ਹੁਣ ਦੇਖੋ ਸਰਕਾਰ ਕੀ ਕਰਦੀ ਆ, ਜਾਂ ਪੁਲਿਸ ਪਾਰਟੀ ਕੀ ਕਰਦੀ ਆ, ਜਾਂ ਇੱਥੋਂ ਦੇ ਕਮਿਸ਼ਨਰ ਜਿਹੜੇ ਇੱਥੇ ਦੇ ਚਾਲ ਸਾਹਿਬ ਨੇ, ਉਹਨਾਂ ਨੇ ਤੇ ਉਹ ਟਰਾਂਸਫਰ ਕਰਕੇ ਲਾਈਨ ਹਾਜ਼ਰ ਕਰ ਦਿੱਤਾ ਉਹਨੂੰ। ਹੁਣ ਉਹਦੇ ਅੱਗੇ ਉਹਦੀ ਫਾਈਲ ਵਰਕ ਕਰੂਗੀ, ਕੰਮ ਕਰਨਗੇ ਉਹਦੇ 'ਤੇ ਜੋ ਕੁਝ ਹੋਊਗਾ। ਵੱਡੇ ਜਿਹੜੀ ਅਥਾਰਟੀ ਆ ਪੰਜਾਬ ਪੁਲਿਸ, ਉਹ ਐਕਸ਼ਨ ਲਊਗੀ। ਪਰ ਵੱਡਾ ਇਹ ਟ੍ਰੈਜਡੀ ਆ ਮਾਂ ਪਿਓ ਲਈ, ਬਹੁਤ ਵੱਡਾ ਤਰਾਸਦੀ ਆ। ਹੁਣ ਦੇਖੋ ਕੀ ਕਰਨਗੇ, ਉਹ ਦਿਨ ਰਾਤ ਰੋ ਰਹੇ ਆ ਵਿਚਾਰੇ। CM ਸਾਹਿਬ ਨੂੰ ਇਹਦੇ ਉੱਤੇ ਬੋਲਣਾ ਚਾਹੀਦਾ ਹੈ। ਜੀ ਸਹੀ ਗੱਲ, ਕਿਉਂਕਿ ਇਹ ਬਹੁਤ ਵੱਡੀ ਘਟਨਾ ਹੈ। ਉਹਨਾਂ ਦਾ ਕੋਈ ਨਾ ਕੋਈ ਬਿਆਨ ਜ਼ਰੂਰ ਆਉਣਾ ਚਾਹੀਦਾ ਹੈ। ਬਿਲਕੁਲ। ਔਰ ਇੱਕ ਇਹ ਫਿਲੌਰ ਅਕੈਡਮੀ, ਜੋ ਫਿਲੌਰ ਦੇ ਵਿੱਚ ਅਕੈਡਮੀ, ਪੁਲਿਸ ਅਕੈਡਮੀ ਹੈ, ਹਾਂਜੀ, ਉੱਥੋਂ ਸ਼ਹੀਦ ਊਧਮ ਸਿੰਘ ਜੀ ਦੀਆਂ ਉਂਗਲਾਂ ਦੇ ਨਿਸ਼ਾਨ ਮਿਲੇ ਨੇ। ਇਹ ਕੀ ਮਾਮਲਾ ਹੈ? ਇਹਨਾਂ ਦੇ 84ਵੀਂ ਜਦੋਂ ਸ਼ਹੀਦੀ ਦਿਵਸ ਮਨਾਇਆ ਗਿਆ, ਉਹਦੇ 'ਤੇ ਹਰ ਜਗ੍ਹਾ ਸਮਾਗਮ ਹੋਏ ਆ ਔਰ ਉਹਦੇ 'ਤੇ ਬੜੀ ਖੋਜ ਵੀ ਕੀਤੀ ਗਈ ਆ। ਔਰ ਸਨਾਮ ਇਹਨਾਂ ਦਾ ਪਿੰਡ ਸੀਗਾ, ਸਨਾਮ ਇਹਨਾਂ ਦਾ ਜਨਮੇ ਸੀਗਾ। ਜਨਰਲ ਅਡਵਾਇਰ ਨੂੰ ਇਹਨਾਂ ਨੇ ਗੋਲੀਆਂ ਮਾਰ ਕੇ ਇੰਗਲੈਂਡ 'ਚ ਮਾਰਿਆ ਸੀਗਾ। ਔਰ ਉਦੋਂ ਬਾਅਦ ਇਹ ਜਦੋਂ ਬੜੇ ਲੁਕ ਦੇ ਛੁਪਾਉਂਦੇ ਗਏ ਉੱਥੇ, ਔਰ ਬੜੀ ਮੁਸ਼ਕਲ ਨਾਲ ਉੱਥੋਂ ਬਚਣ ਦੀ ਇਹਨਾਂ ਨੇ ਗੱਲ ਕੀਤੀ, ਪਰ ਇਹਨਾਂ ਨੂੰ ਉੱਥੇ ਉਹਨਾਂ ਨੇ ਕੈਦ ਕਰ ਲਿਆ। ਪਰ ਇਹਨਾਂ ਦਾ ਜਿਹੜਾ ਫਿਲੌਰ ਅਕੈਡਮੀ ਆ ਪੁਲਿਸ ਦੀ, ਉਹ ਇੱਕ ਪੱਤਰਕਾਰ ਨੇ ਜਾ ਕੇ ਵੇਖੇ ਕਾਗਜ਼ ਜਦੋਂ ਫੋਲੇ ਆ, ਤਾਂ ਇਹਨਾਂ ਤੋਂ 1927 ਦੇ ਇਹਨਾਂ ਦੇ ਫਿੰਗਰਪ੍ਰਿੰਟ ਜਿਹੜੇ ਮਿਲੇ ਉੱਥੇ, ਜਿਹਦੇ 'ਚ ਇਹਨਾਂ ਨੇ ਉਂਗਲਾਂ ਦੇ ਨਿਸ਼ਾਨ ਲਾਏ ਆ। ਇਹ ਬ੍ਰਿਟਿਸ਼ ਜਿਹੜੇ ਉਦੋਂ ਦੇ ਰੂਲਰ ਸੀਗੇ, ਉਹਨਾਂ ਨੇ ਇਹਨਾਂ ਦੀ ਜਿਹੜੀ ਇਹ ਤਬਦੀਸ਼ ਚੱਲ ਰਹੀ ਸੀ, ਇਨਵੈਸਟੀਗੇਸ਼ਨ ਚੱਲ ਰਹੀ ਸੀ, ਉਹਦੇ ਅਕੋਰਡਿੰਗ ਉਹ ਸਾਰੇ ਇਹਨਾਂ ਦੇ ਨਿਸ਼ਾਨ ਉਦੋਂ ਲਏ ਆ। 1927 ਦੀ ਗੱਲ ਹੈ। ਔਰ 1860 ਦੇ ਵਿੱਚ ਅਕੈਡਮੀ ਸੀਗੀ, ਜਿਹੜੀ ਆਰਮੀ ਪੁਲਿਸ ਅਕੈਡਮੀ ਸੀਗੀ ਉਸ ਟਾਈਮ 'ਤੇ, ਬ੍ਰਿਟਿਸ਼ ਜਿਹੜੇ ਇੱਥੇ ਸਾਰਾ ਕੁਝ ਰੱਖਦੇ ਸੀ ਔਰ ਬੜੇ ਕਾਗਜ਼ ਸੀਗੇ। ਔਰ ਸਭ ਤੋਂ ਵੱਡੀ ਸਰਾਹਨਾ ਕੀਤੀ ਜਾ ਸਕਦੀ ਹੈ ਅਕੈਡਮੀ ਦੇ ਜਿਹੜੇ ਹੈੱਡ ਨੇ ਉੱਥੇ, ਉਹਨਾਂ ਨੇ ਅਜੇ ਤੱਕ ਸੰਭਾਲ ਕੇ ਰੱਖਿਆ ਸਾਰਾ ਕੁਝ। ਇਹ ਸਾਰਾ ਕੁਝ ਵੇਖਣ ਤੋਂ ਬਾਅਦ
ਇਹਨੂੰ ਹੁਣ ਕਿਸੇ ਅਜਾਇਬ ਘਰ ਵਿੱਚ ਅਜਾਇਬ ਘਰ ਰੱਖਣਗੇ 'ਚ ਰੱਖੇ। ਔਰ ਰੱਖਣਾ ਚਾਹੀਦਾ ਹੈਗਾ। ਔਰ ਇਹਦੇ ਵਿੱਚ ਇਹਨਾਂ ਨੇ ਕਹਿਤਾ ਕਿ ਜਦੋਂ ਇਹ ਉੱਥੇ ਆਏ ਆ, ਜਦੋਂ ਬ੍ਰਿਟਿਸ਼ ਜਿਹੜੇ ਰੂਲਰ ਨੇ ਇਹਨਾਂ ਦੇ ਫਿੰਗਰਪ੍ਰਿੰਟ ਲਏ ਆ, ਉਹ ਇਨ ਬਿਨ ਉਸੇ ਤਰ੍ਹਾਂ ਦੇ ਆ। ਔਰ ਜਦੋਂ ਇੱਥੇ ਗਿਆਨੀ ਜੈਲ ਸਿੰਘ ਜੀ ਮੁੱਖ ਮੰਤਰੀ ਪੰਜਾਬ ਸੀ, ਉਹਨਾਂ ਨੇ ਵੀ ਇਹਨਾਂ ਦੇ ਬਹੁਤ ਕੁਝ ਚੀਜ਼ਾਂ ਲੈ ਕੇ ਆਏ ਉੱਥੋਂ ਇੰਗਲੈਂਡ ਤੋਂ, ਜਿਹੜੀ ਉੱਥੇ ਇਹਨਾਂ ਦੀਆਂ ਬਹੁਤ ਪੁਰਾਤਤਵ ਵਿਭਾਗ ਨੇ ਰੱਖੀਆਂ ਸੀਗੀਆਂ, ਉਹ ਪੰਜਾਬ ਵਿੱਚ ਲਿਆਂਦੀਆਂ ਗਈਆਂ। ਔਰ ਪੂਰੀਆਂ ਗੱਡੀਆਂ ਤੇ ਲਾਮ ਲਸ਼ਕਰ ਤੇ ਪੂਰੇ ਪੰਜਾਬ ਵਿੱਚ ਘੁਮਾ ਕੇ ਲੋਕਾਂ ਨੂੰ ਦਿਖਾਇਆ ਉਹਨਾਂ ਦਾ ਸਾਰਾ ਸਮਾਨ ਜਿਹੜਾ ਉੱਥੋਂ ਲੈ ਕੇ ਆਏ ਸੀ। ਇਹ ਤੋਂ ਪਹਿਲਾਂ ਇਸੇ ਪੱਤਰਕਾਰ ਇਹਨਾਂ ਦਾ ਇੱਕ ਪਿਸਟਲ ਵੀ ਲੱਭਿਆ, ਜਿਹੜਾ ਪਿਸਟਲ ਆ ਉਹਨਾਂ ਦਾ ਕਿਤਾਬ ਦੇ ਵਿੱਚ ਲੈ ਕੇ ਗਏ ਕਿਤਾਬ ਦੇ ਵਿੱਚ, ਉਹ ਵੀ ਪੁਰਾਣਾ ਲੱਭ ਲਿਆ। ਕਿੰਨੀਆਂ ਪੁਰਾਣੀਆਂ ਚੀਜ਼ਾਂ ਜਿਹੜੀਆਂ ਲੱਭ ਕੇ, ਔਰ ਐਸੇ ਅਜਾਇਬ ਘਰ ਵਿੱਚ ਮੇਰਾ ਤਾਂ ਖਿਆਲ ਹੈ ਜਿੱਦਾਂ ਸਰਦਾਰ ਭਗਤ ਸਿੰਘ ਜੀ ਦਾ ਅਜਾਇਬ ਘਰ ਹੈ ਖਟਕੜ ਕਲਾਂ, ਇਹਨਾਂ ਦਾ ਵੀ ਇੱਕ ਬਹੁਤ ਵੱਡਾ ਅਜਾਇਬ ਘਰ ਪੰਜਾਬ ਵਿੱਚ ਇਸ ਤਰ੍ਹਾਂ ਦਾ ਬਣਾਉਣਾ ਚਾਹੀਦਾ। ਪੰਜਾਬ ਗੌਰਮੈਂਟ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ। ਕਰਤਾਰ ਸਿੰਘ ਸਰਾਭਾ ਜੀ ਨੇ, ਉਹਨਾਂ ਦਾ ਰਾਜਗੁਰੂ ਸਾਰੇ ਸੁਖਦੇਵ ਜੀ ਸ਼ਹੀਦਾਂ ਨੇ, ਵੱਲ ਚਾਹੇ ਇਕੱਠਾ ਹੀ ਬਣਾ ਦੇਣ ਇਹਨਾਂ ਦਾ, ਉਹਨਾਂ ਦੀਆਂ ਜਿਹੜੀਆਂ ਪੁਰਾਣੀਆਂ ਚੀਜ਼ਾਂ ਲੱਭੀਆਂ ਨੇ ਉਹਨਾਂ ਨੂੰ ਇਕੱਠਾ ਕਰਨਾ ਚਾਹੀਦਾ। ਜੇ ਤੁਸੀਂ ਪਾਕਿਸਤਾਨ 'ਚ ਗੱਲ ਕਰੋ ਨਾ, ਪਾਕਿਸਤਾਨ 'ਚ ਚੌਂਕਾਂ ਦੇ ਨਾਮ ਵੀ ਇਹਨਾਂ ਦੇ ਨਾਂ 'ਤੇ ਆ, ਔਰ ਉਹਦੇ ਵਿੱਚ ਜਿਹੜੇ ਚੌਕ ਚੁਰਾਹੇ ਉਹਨਾਂ ਦੇ ਸੜਕਾਂ ਦੇ ਨਾਂ ਭਗਤ ਸਿੰਘ ਦੇ ਨਾਂ 'ਤੇ ਆ। ਉੱਥੇ ਜੜ੍ਹਾਂਵਾਲਾ ਦਾ ਏਰੀਆ ਜਿੱਥੇ ਇਹਨਾਂ ਦਾ ਬੰਗਾ ਪਿੰਡ ਸੀ ਪੁਰਾਣਾ, ਜਿੱਥੇ ਜਨਮੇ ਆ, ਉਸ ਪਿੰਡ ਦੇ ਵਿੱਚ ਬਹੁਤ ਵੱਡਾ ਮਿਊਜ਼ੀਅਮ ਆ। ਜੇ ਤੁਸੀਂ ਦੇਖੋ ਇਹਨਾਂ ਦੇ ਹੱਥਾਂ ਦੇ ਲਾਏ ਰੁੱਖ ਆ ਭਗਤ ਸਿੰਘ ਜੀ ਦੇ, ਔਰ ਵੀਡੀਓ 'ਤੇ ਤੁਸੀਂ ਦੇਖੋ, ਤੁਸੀਂ ਹੈਰਾਨ ਹੋ ਜਾਓਗੇ ਕਿ ਇੰਨੀਆਂ ਚੀਜ਼ਾਂ ਸੰਭਾਲੀਆਂ, ਹੱਥ ਲਿਖਤਾਂ, ਡਾਇਰੀਆਂ, ਇਹਨਾਂ ਦੇ ਪੈਨ, ਬੂਟ ਵੀ ਨੇ। ਹਾਂ, ਇਹਨਾਂ ਦੇ ਬੂਟ, ਇਹਨਾਂ ਦੀਆਂ ਜੁਰਾਬਾਂ, ਕੱਪੜੇ, ਸਾਰਾ ਕੁਝ। ਕੀ ਬਾਤ ਹੈ ਉਹਨਾਂ ਦੀ ਪਾਕਿਸਤਾਨ ਦੇ ਬਾਕੀ ਲੋਕ। ਔਰ ਬੜਾ ਅਦਬ ਕਰਦੇ ਆ, ਬਹੁਤ ਸਤਿਕਾਰ ਕਰਦੇ ਪਾਕਿਸਤਾਨ ਦੇ ਲੋਕ। ਪਾਕਿਸਤਾਨ ਦੇ ਵਿੱਚ ਉਹਨਾਂ ਨੂੰ ਸ਼ਹੀਦ ਆਜ਼ਮ ਭਗਤ ਸਿੰਘ ਨੂੰ ਖਾਸ ਦਰਜਾ ਬਿਲਕੁਲ ਦਿੱਤਾ ਜਾਂਦਾ ਹੈ, ਸਹੀ ਗੱਲ। ਔਰ ਬਹੁਤ ਪਿਆਰ ਦਿੱਤਾ ਜਾਂਦਾ, ਔਰ ਉੱਥੇ ਵੀ ਮਿਊਜ਼ੀਅਮ ਹੈ ਔਰ ਸਭ ਕੁਝ ਸੰਭਾਲ ਕੇ ਰੱਖਿਆ। ਔਰ ਸਾਡੇ ਪੰਜਾਬ ਮਿਲ USA TV ਦੀ ਜੋ ਆਰਕਾਈਵਸ ਹੈ, ਉਹਦੇ ਵਿੱਚ ਉਹ ਫੁਟੇਜ ਵੀ ਹੈ ਜਿਹੜਾ ਪਾਕਿਸਤਾਨ ਦੇ ਵਿੱਚ ਮਿਊਜ਼ੀਅਮ ਹੈ, ਭਗਤ ਸਿੰਘ ਦਾ ਘਰ ਹੈ, ਉਹ ਫੁਟੇਜ ਵੀ ਸਾਡੇ ਕੋਲ ਮੌਜੂਦ ਹੈ। ਜੀ ਜੀ, ਬੜੀ ਵੱਡੀ ਗੱਲ ਔਰ ਬਹੁਤ ਵੱਡੀ ਗੱਲ ਹੈ। ਔਰ ਅਸੀਂ ਆਪਣੇ ਦਰਸ਼ਕਾਂ ਨੂੰ ਗੁਜ਼ਾਰਿਸ਼ ਕਰਾਂਗੇ ਕਿ ਆਪਣੇ ਵਿਚਾਰ ਸਾਨੂੰ ਜ਼ਰੂਰ ਇਨਬਾਕਸ ਕਰੋ। ਸਾਡਾ ਚੈਨਲ ਪੰਜਾਬ ਮਿਲ USA TV ਸਬਸਕ੍ਰਾਈਬ ਕਰੋ। ਜੀ ਜੀ, ਸਤਿ ਸ੍ਰੀ ਅਕਾਲ।